मैं डॉक्टर हरीश मल्होत्रा अज फिर 1 जून 2021 ਨੂੰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਪਿਛਲੇ ਹਫ਼ਤੇ ਕਾਂਸ਼ੀ ਟੈਲੀਵਿਜ਼ਨ ਦੇ ਕੁਝ ਪ੍ਰੋਗਰਾਮ ਚੱਲਦੇ ਸੀ, ਇਸ ਕਰਕੇ ਪ੍ਰੋਗਰਾਮ ਮੈਂ ਦੇ ਨਹੀਂ ਸਕਿਆ ਤੇ ਉਹਦੇ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਕਿਤਾਬ ਬਾਤਾਂ ਬਲੈਦੀਆਂ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਤੇ ਫਿਰ ਉਸ ਲੇਖ ਵਿੱਚ ਉਠਾਏ ਨੁਕਤਿਆਂ ਤੇ ਜਾਣੀ ਕਿ ਜਾਂ ਕੁਝ ਨੁਕਤੇ ਜਿਹੜੇ ਨਹੀਂ ਉਠਾਏ ਹੁੰਦੇ ਹੈ ਉਹਨਾਂ ਬਾਰੇ ਇੱਕ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਸੰਵਾਦ ਤੁਹਾਡੇ ਟੈਲੀਫੋਨ ਕਾਲਸ ਰਾਹੀਂ ਰਚਾਇਆ ਜਾਂਦਾ ਤਾਂ ਕਿ ਅਸੀਂ ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚ ਸਕੀਏ। ਇਸ ਪ੍ਰੋਗਰਾਮ ਦਾ ਮਕਸਦ ਇੱਕ ਤਾਂ ਜਿਹੜੇ ਮਸਲੇ ਹੈ ਉਹ ਮਸਲੇ ਵੀ ਯਾਨੀ ਕਿ ਮੈਂ ਇਹੋ ਜਿਹਾ ਆਪਣੀ ਕਿਤਾਬਾਂ ਵਿੱਚ ਲਿਖੇ ਆ ਜਿਹੜੇ ਕਿ ਸਾਡੇ ਸਮਾਜਿਕ ਮਸਲੇ ਹੈਗੇ ਆ ਅਤੇ ਤਾਂ ਕਿ ਮੇਰੀਆਂ ਲਿਖਤਾਂ ਵੀ ਤੁਹਾਡੇ ਤੱਕ ਪਹੁੰਚ ਸਕਣ। ਦੂਸਰਾ ਅਸੀਂ ਉਹਨਾਂ ਸਮਾਜਿਕ ਮਸਲਿਆਂ ਨੂੰ ਰਿੜਕ ਸਕੀਏ ਅਤੇ ਉਹਨਾਂ ਬਾਰੇ ਕੋਈ ਨਾ ਕੋਈ ਨਤੀਜਾ ਕੱਢ ਸਕੀਏ। ਜਿਹੜਾ ਅੱਜ ਮਸਲਾ ਮੈਂ ਲੈ ਕੇ ਆਇਆ ਹੈਗਾ, ਜਿਹੜਾ ਮੇਰੀ ਇਸ ਕਿਤਾਬ ਵਿੱਚ ਲਿਖਿਆ ਹੈ ਬਾਤਾਂ ਬਲੈਦੀਆਂ, ਇਹ ਮਸਲਾ ਹੈਗਾ ਸਰਕਾਰੀ ਹਿਫਾਜ਼ਤ ਵਿੱਚ ਪਲ ਰਹੇ ਬੱਚੇ। ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਉਹ ਸਰਕਾਰੀ ਹਿਫਾਜ਼ਤ ਵਿੱਚ ਆ ਜਾਂਦੇ ਹੈ ਕਿਸੇ ਨਾ ਕਿਸੇ ਕਾਰਨ ਕਰਕੇ। ਉਹ ਮੈਂ ਤੁਹਾਨੂੰ ਦੱਸੂੰਗਾ ਕਿਉਂਕਿ ਮੈਂ ਆਪਣੇ ਕਰੀਅਰ ਦੇ ਵਿੱਚ ਆਪਣੇ ਕੰਮ ਦੇ ਵਿੱਚ ਮੈਂ ਸਾਰੀ ਉਮਰ ਜਿਹੜਾ ਹੈਗਾ ਬੱਚਿਆਂ ਨਾਲ ਹੀ ਕੰਮ ਕੀਤਾ ਅਤੇ ਫੈਮਲੀਜ਼ ਨਾਲ, ਚਿਲਡਰਨ ਐਂਡ ਫੈਮਲੀਜ਼ ਨਾਲ, ਅਤੇ ਇਹੀ ਮੈਂ ਯੂਨੀਵਰਸਿਟੀ ਵਿੱਚ ਸਬਜੈਕਟ ਜਿਹੜਾ ਹੈਗਾ ਪੜ੍ਹਾਉਂਦਾ ਰਿਹਾ। ਅਤੇ ਅੱਜ ਜਿਹੜਾ ਹੈਗਾ ਇਹ ਲੇਖ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰਦਾ ਤਾਂ ਕਿ ਆਪਾਂ ਇਹਦੇ 'ਤੇ ਸੰਵਾਦ ਰਚਾ ਸਕੀਏ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡਾ ਟੈਲੀਫੋਨ ਜਿਹੜਾ ਹੈਗਾ ਉਹ ਮੇਰੇ ਪ੍ਰੋਗਰਾਮ ਜਿਹੜਾ ਹੈਗਾ ਉਹਦੇ ਥੱਲੇ ਵੀ ਆ ਰਿਹਾ ਹੈਗਾ ਅਤੇ ਜਿਹੜਾ ਨੰਬਰ ਹੈਗਾ ਉਹ 0300 770 2246 ਅਤੇ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਾਲ ਕਰਕੇ ਆਪਣੀ ਕਾਲ ਜਿਹੜੀ ਆ ਉਹ ਰਿਜ਼ਰਵ ਕਰਾ ਸਕਦੇ ਆ ਕਿਉਂਕਿ ਸਾਡਾ ਜਿਹੜਾ ਸਿਸਟਮ ਹੈਗਾ ਉਹ ਲਾਈਨ ਅਪ ਸਿਸਟਮ ਹੈਗਾ, ਕਿਊ ਅਪ ਸਿਸਟਮ ਹੈਗਾ ਅਤੇ ਤੁਹਾਡੀ ਜਿਹੜੀ ਵਾਰੀ ਹੈਗੀ ਆ ਉਸ ਹਿਸਾਬ ਨਾਲ ਆ ਜੂਗੀ। ਨਹੀਂ ਤਾਂ ਕਈ ਵਾਰੀ ਇਹ ਹੁੰਦਾ ਹੈਗਾ ਕਿ ਬਹੁਤ ਸਾਰੇ ਮੇਰੇ ਜਿਹੜੇ ਦਰਸ਼ਕ ਹੈਗੇ ਆ, ਮੇਰੇ ਦੋਸਤ, ਮੇਰੇ ਮਿੱਤਰ, ਉਹ ਮੈਨੂੰ ਬਾਅਦ ਵਿੱਚ ਇਤਰਾਜ਼ ਕਰਦੇ ਹੈਗੇ ਅਸੀਂ ਲਾਈਨ ਟੈਲੀਫੋਨ ਜਿਹਨੂੰ ਕੀਤਾ ਸੀਗਾ ਪਰ ਸਾਨੂੰ ਲਾਈਨ ਨਹੀਂ ਮਿਲੀ। ਸੋ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਇੱਕ ਵਾਰੀ ਫਿਰ ਕਿ ਤੁਸੀਂ ਹੁਣ ਤੋਂ ਹੀ ਜਿਹੜਾ ਸਾਡਾ ਨੰਬਰ ਹੈਗਾ ਉਹ 0300 770 2246 ਕਮਾ ਕੇ ਤੁਸੀਂ ਜਿਹੜਾ ਆਪਣਾ ਲਾਈਨ ਅਪ ਜਿਹੜੀ ਹੈ ਕਾਲ ਜਾਣੀ ਕਿ ਕਰਾ ਸਕਦੇ ਹਾਂ। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ 0044 ਨੰਬਰ ਜਿਹੜਾ ਹੈਗਾ ਉਹ ਲਾਉਣਾ ਪਊਗਾ। ਅਤੇ ਮੈਂ ਹੁਣ ਇਹ ਲੇਖ ਜਿਹੜਾ ਹੈਗਾ ਆਪਣੀ ਕਿਤਾਬ ਵਿੱਚੋਂ ਪੜ੍ਹਦਾ। ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਦਾ ਨਾਂ ਹੈਗਾ ਸਰਕਾਰੀ ਹਿਫਾਜ਼ਤ ਵਿੱਚ ਪਲ ਰਹੇ ਬੱਚੇ। ਬਰਤਾਨੀਆ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਬੱਚੇ ਸਰਕਾਰੀ ਹਿਫਾਜ਼ਤ ਵਿੱਚ ਪਲ ਰਹੇ ਹਨ। ਇਹਨਾਂ ਵਿੱਚੋਂ ਕਈਆਂ ਦੇ ਮਾਂ ਬਾਪ ਨਹੀਂ ਹੁੰਦੇ ਅਤੇ ਕਈ ਇਸ ਕਰਕੇ ਸਰਕਾਰੀ ਹਿਫਾਜ਼ਤ ਵਿੱਚ ਹੁੰਦੇ ਹਨ ਕਿ ਉਹਨਾਂ ਦੇ ਮਾਂ ਬਾਪ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਹੁੰਦੀ ਹੈ। ਕੁਝ ਬੱਚਿਆਂ ਦਾ ਵਰਤਾਵ ਇਹੋ ਜਿਹਾ ਹੁੰਦਾ ਹੈ ਕਿ ਉਹਨਾਂ ਨੂੰ ਮਾਂ ਜਾਂ ਬਾਪ ਘਰ ਸਾਂਭ ਨਹੀਂ ਸਕਦੇ ਅਤੇ ਉਹ ਬੱਚੇ ਸਰਕਾਰੀ ਦਰਾਂ 'ਤੇ ਆ ਡਿੱਗਦੇ ਹਨ। ਇਹਨਾਂ ਬੱਚਿਆਂ ਦੀ ਦੇਖਭਾਲ ਜਾਂ ਤਾਂ ਸਰਕਾਰੀ ਬੱਚਿਆਂ ਦੇ ਘਰਾਂ ਵਿੱਚ ਕੀਤੀ ਜਾਂਦੀ ਹੈ ਅਤੇ ਜਾਂ ਗੈਰ ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਕੰਪਨੀਆਂ ਕਰਦੀਆਂ ਹਨ। ਕੁਝ ਉਹ ਵੀ ਬੱਚੇ ਹਨ ਜਿਨ੍ਹਾਂ ਨੂੰ ਡੰਗ ਟਪਾਊ ਮਾਪੇ ਸਾਂਭਦੇ ਹਨ ਅਤੇ ਇਸ ਬਦਲੇ ਸਰਕਾਰ ਉਹਨਾਂ ਨੂੰ ਪੈਸੇ ਦਿੰਦੀ ਹੈ ਜਿਨ੍ਹਾਂ ਨੂੰ ਅਸੀਂ ਫੋਸਟਰਿੰਗ ਪੇਰੈਂਟਸ ਕਹਿੰਦੇ ਹਾਂ। ਕੁਝ ਬੱਚਿਆਂ ਨੂੰ ਪੱਕੇ ਤੌਰ 'ਤੇ ਗੋਦ ਵੀ ਲੈ ਲਿਆ ਜਾਂਦਾ ਹੈ, ਅਡੋਪਸ਼ਨ, ਅਤੇ ਉਹ ਆਪਣੇ ਨਵੇਂ ਬਣੇ ਮਾਂ ਪਿਓ ਕੋਲ ਸਦਾ ਲਈ ਰਹਿੰਦੇ ਹਨ। ਬਰਤਾਨਵੀ ਸਰਕਾਰ ਦੀਆਂ ਅੱਜ ਕੱਲ੍ਹ ਦੀਆਂ ਪਾਲਿਸੀਆਂ ਇਹ ਹਨ ਕਿ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਕਿ ਬੱਚੇ ਸਰਕਾਰੀ ਹਿਫਾਜ਼ਤ ਵਿੱਚ ਆਉਣ ਤੋਂ ਬਚ ਜਾਣ। ਸਮੱਸਿਆ ਵਾਲੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਮਦਦ ਅਤੇ ਸਲਾਹ ਦਿੱਤੀ ਜਾਂਦੀ ਹੈ ਕਿ ਬੱਚੇ ਕਿਸ ਤਰ੍ਹਾਂ ਪਰਿਵਾਰਕ ਇਕਾਈ ਤੋਂ ਤਿਲਕ ਨਾ ਜਾਣ। ਸੋਸ਼ਲ ਵਰਕਰਾਂ ਦੀ ਤਕਰੀਬਨ 20% ਤੋਂ ਜ਼ਿਆਦਾ ਘਾਟ ਹੈ ਅਤੇ 70 ਤੋਂ 80% ਸੋਸ਼ਲ ਵਰਕਰਾਂ ਕੋਲ ਨਾ ਤਾਂ ਸੋਸ਼ਲ ਵਰਕ ਦਾ ਡਿਪਲੋਮਾ ਹੈ ਅਤੇ ਨਾ ਹੀ ਸਰਟੀਫਿਕੇਟ ਜਾਂ ਡਿਗਰੀ। ਸੋ ਇਸੇ ਕਰਕੇ ਸਰਕਾਰੀ ਹਿਫਾਜ਼ਤ ਵਿੱਚ ਆਉਣ ਤੋਂ ਬੱਚਿਆਂ ਦੀ ਤਾਦਾਦ ਘਟੀ ਨਹੀਂ ਹੈ। ਲੇਬਰ ਸਰਕਾਰੀ ਪਾਲਿਸੀਆਂ ਦਾ ਝੁਕਾਅ ਇਹ ਵੀ ਹੈ ਕਿਉਂਕਿ ਇਹ ਲੇਖ ਕਾਫੀ ਪੁਰਾਣਾ ਲਿਖਿਆ ਜਦੋਂ ਲੇਬਰ ਸਰਕਾਰ ਹੁੰਦੀ ਸੀ। ਲੇਬਰ ਸਰਕਾਰੀ ਪਾਲਿਸੀਆਂ ਦਾ ਝੁਕਾਅ ਇਹ ਵੀ ਹੈ ਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਪ੍ਰਾਈਵੇਟ ਹੱਥਾਂ ਵਿੱਚ ਵੱਧ ਤੋਂ ਵੱਧ ਜਾਵੇ। ਇਹ ਹਾਲ ਸਰਕਾਰੀ ਸਕੂਲਾਂ ਦਾ ਵੀ ਹੋ ਰਿਹਾ ਹੈ। ਇਹ ਕੰਮ ਟੋਰੀ ਪ੍ਰਧਾਨ ਮੰਤਰੀ ਮਾਰਗਰਟ ਥੈਚਰ ਨੇ 1980 ਵਿੱਚ ਸ਼ੁਰੂ ਕੀਤਾ ਸੀ ਅਤੇ ਹੁਣ ਟੋਨੀ ਬਲੇਅਰ ਨੇ, ਉਸ ਵੇਲੇ ਟੋਨੀ ਬਲੇਅਰ ਦੀ ਸਰਕਾਰ ਸੀ ਜਿਸ ਟਾਈਮ 'ਤੇ ਮੈਂ ਇਹ ਲੇਖ ਲਿਖਿਆ ਸੀ, ਟੋਨੀ ਬਲੇਅਰ ਨੇ ਲੇਬਰ ਸਰਕਾਰ ਹੇਠ ਟੋਰੀ ਪਾਲਿਸੀਆਂ ਨੂੰ ਅਸਲੀ ਜਾਮਾ ਪਹਿਨਾ ਦਿੱਤਾ ਹੈ। ਇਸੇ ਕਰਕੇ ਬਹੁਤੇ ਲੋਕ ਨਵੀਂ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਨੂੰ ਹੁਣ ਟੋਰੀ ਬਲੇਅਰ ਕਹਿਣ ਲੱਗ ਪਏ ਹਨ।
ਸਰਕਾਰੀ ਅਦਾਰਿਆਂ ਦੇ ਸੱਭਿਆਚਾਰ ਨੂੰ ਬਦਲਣ ਲਈ ਸਰਕਾਰ ਨੇ ਬੈਸਟ ਵੈਲਿਊ ਲੋਕਲ ਗਵਰਨਮੈਂਟ ਐਕਟ 1999 ਦੇ ਅਧੀਨ ਕੁਝ ਕਦਮ ਚੁੱਕੇ ਹਨ ਕਿ ਸਰਕਾਰੀ ਬਾਗੂਆਂ ਦੀ ਕਾਰਗੁਜ਼ਾਰੀ ਦਾ ਨੇੜੇ ਹੋ ਕੇ ਲੇਖਾ ਜੋਖਾ ਕੀਤਾ ਜਾ ਸਕੇ। ਹੁਣ ਹਰ ਸਰਕਾਰੀ ਅਦਾਰੇ ਨੂੰ ਆਪਣੀ ਬਿਜ਼ਨਸ ਪਲਾਨ ਬਣਾ ਕੇ ਮਿਥੇ ਗਏ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਸਮਾਂ ਦਿੱਤਾ ਗਿਆ ਹੈ। ਅਗਰ ਕੋਈ ਅਦਾਰਾ ਇਹਨਾਂ ਟੀਚਿਆਂ ਨੂੰ ਪ੍ਰਾਪਤ ਨਹੀਂ ਕਰਦਾ ਅਤੇ ਇਹਨਾਂ ਉੱਪਰ ਪੂਰਾ ਨਹੀਂ ਉਤਰਦਾ ਤਾਂ ਉਹਦੀ ਖਿਚਾਈ ਵੀ ਕੀਤੀ ਜਾ ਰਹੀ ਹੈ। ਪਰ ਸਰਕਾਰੀ ਅਦਾਰਿਆਂ ਦੇ ਸੱਭਿਆਚਾਰਾਂ ਨੂੰ ਸਮਾਜਿਕ ਸੱਭਿਆਚਾਰ ਵਾਂਗ ਬਦਲਣਾ ਇੰਨਾ ਸੁਖਾਲਾ ਨਹੀਂ ਹੁੰਦਾ ਅਤੇ ਇਸੇ ਕਰਕੇ ਇਹ ਜਲਦੀ ਬਦਲ ਵੀ ਨਹੀਂ ਰਿਹਾ। ਬਹੁਤੇ ਸਰਕਾਰੀ ਅਫਸਰ ਇਹਨਾਂ ਨਵੀਆਂ ਤਬਦੀਲੀਆਂ ਨੂੰ ਨਾ ਸਮਝਦੇ ਹੋਏ ਭੰਬਲ ਭੂਸਿਆਂ ਵਿੱਚ ਫਸੇ ਪਏ ਹਨ। ਸਰਕਾਰ ਘੱਟ ਤੋਂ ਘੱਟ ਪੈਸੇ ਖਰਚ ਕੇ ਵਧੀਆ ਤੋਂ ਵਧੀਆ ਸਰਵਿਸ ਦੇਣ ਦੇ ਹੱਕ ਵਿੱਚ ਢੰਡੋਰਾ ਪਿੱਟ ਰਹੀ ਹੈ, ਪਰ ਸਰਕਾਰੀ ਅਫਸਰ ਇਸ ਗੱਲ ਦੇ ਅਜੇ ਆਦੀ ਨਹੀਂ ਹੋ ਰਹੇ। ਇੰਸਪੈਕਸ਼ਨਾਂ ਦੇ ਜ਼ੋਰ ਨਾਲ ਸਰਕਾਰ ਕਈ ਅਦਾਰਿਆਂ ਦੇ ਸ਼ਿਕੰਜੇ ਵੀ ਕੱਸ ਰਹੀ ਹੈ ਅਤੇ ਇਸੇ ਕਰਕੇ ਸਰਕਾਰੀ ਨੌਕਰੀਆਂ ਹੁਣ ਪਹਿਲਾਂ ਵਾਂਗ ਸਾਰੀ ਉਮਰ ਪੱਕੀਆਂ ਨਹੀਂ ਰਹਿ ਗਈਆਂ, ਸਗੋਂ ਤਿਲਕਣਬਾਜ਼ੀ ਵਿੱਚ ਹਨ। ਸਰਕਾਰ ਨੇ ਬੱਚਿਆਂ ਦੀ ਦੇਖਭਾਲ ਲਈ ਕੁਆਲਿਟੀ ਪ੍ਰੋਟੈਕਟਸ ਵਰਗੇ ਸਿਧਾਂਤ ਵੀ ਲਾਗੂ ਕੀਤੇ ਹਨ, ਪਰ ਤਬਦੀਲੀਆਂ ਜਿਉਂ ਦੀ ਚਾਲ ਹੀ ਹੋ ਰਹੀਆਂ ਹਨ ਅਤੇ ਬੱਚਿਆਂ ਦੀ ਦੇਖਭਾਲ ਵਿੱਚ ਕੋਈ ਮਾਰਕੇ ਦੀਆਂ ਤਬਦੀਲੀਆਂ ਨਹੀਂ ਹੋ ਰਹੀਆਂ। ਨਵੇਂ ਕਾਨੂੰਨਾਂ ਅਤੇ ਸਿਧਾਂਤਾਂ ਦੇ ਦਬਾਅ ਨੂੰ ਨਾ ਸਹਾਰਦੇ ਹੋਏ ਕਈ ਸਰਕਾਰੀ ਅਫਸਰ ਜਾਂ ਤਾਂ ਲੰਬੇ ਸਮੇਂ ਲਈ ਬਿਮਾਰ ਹੋ ਕੇ ਪੱਕੇ ਤੌਰ 'ਤੇ ਛੁੱਟੀ ਕਰ ਰਹੇ ਹਨ ਅਤੇ ਜਾਂ ਆਪਣੀ ਮਰਜ਼ੀ ਨਾਲ ਨੌਕਰੀਆਂ ਹਟ ਰਹੇ ਹਨ। ਇਹਨਾਂ ਗੱਲਾਂ ਦਾ ਬੱਚਿਆਂ ਦੀ ਦੇਖਭਾਲ ਉੱਤੇ ਕੋਈ ਵਧੀਆ ਅਸਰ ਨਹੀਂ ਹੁੰਦਾ ਅਤੇ ਇਸ ਖਲਾਅ ਨੂੰ ਭਰਨ ਲਈ ਪ੍ਰਾਈਵੇਟ ਏਜੰਸੀਆਂ ਤੋਂ ਕਾਮਿਆਂ ਨੂੰ ਡੰਗ ਟਪਾਊ ਤੌਰ 'ਤੇ ਲਿਆ ਜਾ ਰਿਹਾ ਹੈ। ਇਹਨਾਂ ਕਾਮਿਆਂ ਦਾ ਅਸਲੀ ਮਨਸ਼ਾ ਪੈਸਾ ਕਮਾਉਣਾ ਹੁੰਦਾ ਹੈ ਅਤੇ ਉਹਨਾਂ ਦੀ ਨੌਕਰੀ ਵੀ ਸਥਾਈ ਨਹੀਂ ਹੁੰਦੀ, ਸਗੋਂ ਇੱਕ ਦਿਨ 2 ਦਿਨ ਜਾਂ ਕੁਝ ਦਿਨਾਂ ਲਈ ਹੁੰਦੀ ਹੈ। ਪ੍ਰਾਈਵੇਟ ਏਜੰਸੀਆਂ ਮਾਇਆ ਦੇ ਗੱਫੇ ਕਮਾਉਂਦੀਆਂ ਹਨ, ਪਰ ਕਾਮਿਆਂ ਨੂੰ ਘੱਟ ਪੈਸੇ ਮਿਲਦੇ ਹਨ, ਭਾਵੇਂ ਕਿ ਏਜੰਸੀਆਂ ਦੇ ਕਾਮੇ ਬੱਚਿਆਂ ਦੇ ਘਰਾਂ ਵਿੱਚ ਪੱਕੇ ਤੌਰ 'ਤੇ ਕੰਮ ਕਰਨ ਵਾਲੇ ਸਰਕਾਰੀ ਕਾਮਿਆਂ ਨਾਲੋਂ ਜ਼ਿਆਦਾ ਪੈਸੇ ਲੈਂਦੇ ਹਨ। ਇਹਦੇ ਨਾਲ ਉਹਨਾਂ ਦੀ ਕੰਮ ਕਰਨ ਦੀ ਰੁਚੀ ਘਟਦੀ ਹੈ ਅਤੇ ਕਈਆਂ ਨੇ ਪੱਕੀ ਨੌਕਰੀ ਨੂੰ ਲੱਤ ਮਾਰ ਕੇ ਪ੍ਰਾਈਵੇਟ ਏਜੰਸੀਆਂ ਦੀ ਜਾ ਸ਼ਰਨ ਲਈ ਹੈ। ਇਹਨਾਂ ਗੱਲਾਂ ਦਾ ਨਤੀਜਾ ਇਹ ਹੁੰਦਾ ਹੈ ਕਿ ਬੱਚਿਆਂ ਦਾ ਕਾਮਿਆਂ ਨਾਲ ਕੋਈ ਪੱਕਾ ਸੰਬੰਧ ਨਹੀਂ ਬਣਦਾ ਅਤੇ ਬੱਚੇ ਪਿਆਰ ਦੀ ਭੁੱਖ ਅਤੇ ਪੱਕੇ ਰਿਸ਼ਤੇ ਦੀ ਹੋਂਦ ਤੋਂ ਭਟਕਦੇ ਰਹਿੰਦੇ ਹਨ। ਇਹ ਬੱਚੇ ਪਹਿਲਾਂ ਹੀ ਆਪਣੀ ਜ਼ਿੰਦਗੀ ਤੋਂ ਉਖੜੇ ਹੋਏ ਹੁੰਦੇ ਹਨ ਅਤੇ ਸਹੀ ਸੇਧ ਨਾ ਮਿਲਣ ਕਰਕੇ ਜ਼ਿੰਦਗੀ ਵਿੱਚ ਹੋਰ ਉਲਝ ਜਾਂਦੇ ਹਨ। ਇਹਨਾਂ ਬੱਚਿਆਂ ਦਾ ਵਰਤਾਵ ਬਹੁਤੇ ਕੇਸਾਂ ਵਿੱਚ ਬੜਾ ਅਥਰਾ, ਫੂਹੜ, ਬਦਮਾਸ਼ੀ ਭਰਿਆ ਅਤੇ ਦਾਦਾਗਿਰੀ ਵਾਲਾ ਹੁੰਦਾ ਹੈ। ਗੱਲ ਤੋਂ ਬਿਨਾਂ ਇਹ ਗੱਲ ਨਹੀਂ ਕਰਦੇ। ਸੋਸ਼ਲ ਵਰਕਰਾਂ ਨਾਲ ਪੰਗੇ ਅਤੇ ਜਿਸਮਾਨੀ ਹਮਲੇ, ਬਾਕੀ ਰਹਿੰਦੇ ਬੱਚਿਆਂ ਨਾਲ ਲੜਾਈਆਂ, ਝਗੜੇ ਅਤੇ ਚੋਰੀਆਂ ਕਰਨਾ ਇਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਰਹਿੰਦਾ ਹੈ। ਇਸੇ ਕਰਕੇ ਬਹੁਤੇ ਬੱਚਿਆਂ ਦੇ ਕੋਰਟਾਂ, ਕਚਹਿਰੀਆਂ ਅਤੇ ਥਾਣੇ ਚੱਕਰ ਲੱਗਦੇ ਰਹਿੰਦੇ ਹਨ। ਬਹੁਤੇ ਇਹੋ ਜਿਹਾ ਨਖੱਟੂ ਕਾਕੇ ਕਾਕੀਆਂ ਆਮ ਕਰਕੇ ਸਕੂਲਾਂ ਤੋਂ ਵੀ ਪੱਕੇ ਤੌਰ 'ਤੇ ਕੱਢੇ ਗਏ ਹੁੰਦੇ ਹਨ। ਇਹ ਔਗੁਣਾ ਭਰੇ ਬੱਚੇ ਚੰਗਾ ਖਾਂਦੇ ਅਤੇ ਮੰਦਾ ਬੋਲਦੇ ਹਨ, ਮਹਿੰਗੇ ਡਿਜ਼ਾਈਨਰ ਕੱਪੜੇ ਅਤੇ ਜੁੱਤੇ ਪਹਿਨਦੇ ਹਨ, ਸਿਗਰਟਾਂ, ਸ਼ਰਾਬਾਂ ਅਤੇ ਡਰੱਗਸ ਖਾਂਦੇ ਹਨ। ਇਹਨਾਂ ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਤਾਂ ਬੜਾ ਗਿਆਨ ਹੁੰਦਾ ਹੈ, ਪਰ ਫਰਜ਼ਾਂ ਤੋਂ ਕੋਹਾਂ ਦੂਰ ਹੁੰਦੇ ਹਨ। ਟੈਲੀਵਿਜ਼ਨ, ਫਿਲਮਾਂ, ਵੀਡੀਓ, ਕੰਪਿਊਟਰ, ਖੇਡਾਂ ਅਤੇ ਹੋਰ ਮਿਲਦੀਆਂ ਸਹੂਲਤਾਂ ਵੱਲ ਦੇਖ ਕੇ ਬਹੁਤੀ ਵਾਰ ਮਨ ਉਬਾਲੇ ਖਾਂਦਾ ਹੈ ਕਿ ਕੀ ਇਹ ਬੱਚੇ ਇਹਨਾਂ ਸਭ ਮਿਲਦੀਆਂ ਸਹੂਲਤਾਂ ਦੇ ਹੱਕਦਾਰ ਵੀ ਹਨ, ਜਦੋਂ ਕਿ ਇਹੋ ਜਿਹੀਆਂ ਰਹਿਣ ਸਹਿਣ ਦੀਆਂ ਸਹੂਲਤਾਂ ਭਲੇ ਘਰਾਂ ਦੇ ਸਾਊ ਬੱਚਿਆਂ ਨੂੰ ਸ਼ਾਇਦ ਨਾ ਮਿਲਦੀਆਂ ਹੋਣ। ਇਹਨਾਂ ਵਿਗੜੇ ਕਾਕੇ ਕਾਕੀਆਂ ਨੂੰ ਉਹਨਾਂ ਗਰੀਬ ਬੱਚਿਆਂ ਦੀ ਹਾਲਤ ਅਤੇ ਹਾਲਾਤਾਂ ਬਾਰੇ ਕੋਈ ਇਲਮ ਨਹੀਂ ਹੁੰਦਾ ਜੋ ਭਾਰਤ ਅਤੇ ਅਫਰੀਕਾ ਦੇ ਗਰੀਬ ਮੁਲਕਾਂ ਵਿੱਚ ਘਿਨਾਉਣੀ ਜ਼ਿੰਦਗੀ ਬਤੀਤ ਕਰਦੇ ਹਨ। ਕਈ ਵਾਰ ਤਾਂ ਇਹ ਵੀ ਖਿਆਲ ਆਉਂਦਾ ਹੈ ਕਿ ਸਰਕਾਰ ਇਹਨਾਂ ਵਿਗੜੇ ਕਾਕੇ ਕਾਕੀਆਂ ਨੂੰ ਗਰੀਬ ਮੁਲਕਾਂ ਵਿੱਚ 6 ਮਹੀਨੇ ਲਈ ਕਿਉਂ ਨਹੀਂ ਭੇਜਦੀ, ਤਾਂ ਕਿ ਇਹਨਾਂ ਨੂੰ ਚਾਨਣ ਹੋ ਸਕੇ ਕਿ ਗਰੀਬ ਮੁਲਕਾਂ ਦੇ ਬੱਚੇ ਕਿਵੇਂ ਜ਼ਿੰਦਗੀਆਂ ਬਸਰ ਕਰਦੇ ਹਨ। ਪਰ ਇਹ ਸ਼ਾਇਦ ਕਦੇ ਨਾ ਹੋਵੇਗਾ। 16 ਸਾਲ ਦੀ ਉਮਰ ਜਾਂ ਕਈ ਕੇਸਾਂ ਵਿੱਚ 18 ਸਾਲ ਦੀ ਉਮਰ ਤੱਕ ਸਰਕਾਰੀ ਜਾਂ ਗੈਰ ਸਰਕਾਰੀ ਅਦਾਰਿਆਂ ਵਿੱਚ ਉਮਰ ਬਿਤਾ ਚੁੱਕੇ ਇਹ ਬੱਚੇ ਬਿਨਾਂ ਕਿਸੇ ਸਮਾਜਿਕ ਹੁਨਰ ਤੋਂ ਸਮਾਜ ਵਿੱਚ ਵਿਚਰਨ ਲੱਗਦੇ ਹਨ। ਬਹੁਤਿਆਂ ਕੇਸਾਂ ਵਿੱਚ ਇਹ ਹਾਲ ਹੈ ਕਿ ਨਾ ਤਾਂ ਇਹਨਾਂ ਨੂੰ ਰੋਟੀ ਪਾਣੀ ਦੇ ਆਹਰ ਦਾ ਗਿਆਨ ਹੁੰਦਾ ਹੈ ਅਤੇ ਨਾ ਹੀ ਇਹਨਾਂ ਵਰ੍ਹਿਆਂ ਵਿੱਚ ਕੋਈ ਐਸਾ ਗੁਣ ਗ੍ਰਹਿਣ ਕੀਤਾ ਹੁੰਦਾ ਹੈ ਜਿਸ ਦੇ ਸਿਰ 'ਤੇ ਰੋਜ਼ੀ ਰੋਟੀ ਕਮਾਈ ਜਾ ਸਕੇ। ਸਰਕਾਰੀ ਹਿਫਾਜ਼ਤ ਤੋਂ ਬਾਹਰ ਨਿਕਲ ਕੇ ਚੋਰੀਆਂ, ਬਦਮਾਸ਼ੀਆਂ, ਬੇਸਵਾਗਮਨੀ, ਡਰੱਗ ਡੀਲਿੰਗ ਜਾਂ ਹੋਰ ਪੁੱਠੀਆਂ ਗੱਲਾਂ ਵਿੱਚ ਫਸ ਜਾਂਦੇ ਹਨ। ਨਫ਼ਰਤ ਫੈਲਾਉਣ ਵਾਲੇ ਕੁਝ ਅਨਸਰਾਂ ਜਿਵੇਂ ਬ੍ਰਿਟਿਸ਼ ਨੈਸ਼ਨਲ ਪਾਰਟੀ ਨੂੰ ਵੀ ਇਹ ਬੜੇ ਰਾਸ ਆਉਂਦੇ ਹਨ। ਇਸ ਸਾਰੇ ਕਸ਼ ਦਾ ਸਿੱਟਾ ਨਿਕਲਦਾ ਹੈ ਕਿ ਪੁਲਿਸ ਨਾਲ ਵਾਸਤਾ ਪੈਣ ਤੋਂ ਬਾਅਦ ਇਹ ਫਿਰ ਸਰਕਾਰੀ ਹਿਫਾਜ਼ਤ ਯਾਨੀ ਜੇਲ੍ਹਾਂ ਵਿੱਚ ਚਲੇ ਜਾਂਦੇ ਹਨ, ਜਿੱਥੇ ਉਹਨਾਂ ਨੂੰ ਫਿਰ ਪਕਾਇਆ ਭੋਜਨ ਮਿਲਦਾ ਹੈ। ਇਹਨਾਂ ਕਾਕੇ ਕਾਕੀਆਂ ਦੇ ਸਬੰਧਾਂ ਵਿੱਚੋਂ ਪੈਦਾ ਹੋਈ ਔਲਾਦ ਵੀ ਸਰਕਾਰੀ ਹਿਫਾਜ਼ਤ ਵਿੱਚ ਆ ਜਾਂਦੀ ਹੈ ਅਤੇ ਇਹ ਚੱਕਰ ਬਸ ਚੱਲਦਾ ਹੀ ਰਹਿੰਦਾ ਹੈ। ਲੱਖਾਂ ਦੀ ਤਾਦਾਦ ਵਿੱਚ ਕੀਤਾ ਜਾਂਦਾ ਖਰਚ
ਇਹਨਾਂ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਵਿੱਚ ਬਰਬਾਦ ਹੋ ਜਾਂਦਾ ਹੈ। ਪਰ ਇਸ ਸਾਰੇ ਖਿਲਜਗਣ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਬਾਬੂਆਂ ਦੀ ਨੌਕਰੀ ਅਤੇ ਪੁਲਿਸ ਦਾ ਰੋਟੀ ਪਾਣੀ ਚੱਲਦਾ ਰਹਿੰਦਾ ਹੈ। ਕਈ ਵਾਰ ਤਾਂ ਇਉਂ ਮਹਿਸੂਸ ਹੁੰਦਾ ਹੈ ਕਿ ਕਿਤੇ ਇਹ ਸਰਕਾਰੀ ਢਾਂਚੇ ਨੂੰ ਚਲਾਉਣ ਅਤੇ ਆਪਣੀਆਂ ਨੌਕਰੀਆਂ ਬਚਾਉਣ ਲਈ ਇਹਨਾਂ ਬੱਚਿਆਂ ਨੂੰ ਤਾਂ ਨਹੀਂ ਵਰਤਿਆ ਜਾ ਰਿਹਾ। ਇਹ ਵੀ ਸਵਾਲ ਉੱਠਦਾ ਹੈ ਕਿ ਇਹੋ ਜਿਹੇ ਹਾਲਾਤ ਹੀ ਕਿਉਂ ਬਣਦੇ ਹਨ ਕਿ ਬੱਚਿਆਂ ਨੂੰ ਹਿਫਾਜ਼ਤ ਵਿੱਚ ਲਿਆ ਜਾਵੇ। ਕੀ ਸਮਾਜਿਕ ਤਾਣੇ ਬਾਣੇ ਨੂੰ ਘੁੱਖਣ ਦੀ ਲੋੜ ਹੈ ਤਾਂ ਕਿ ਅਸਲੀ ਬਿਮਾਰੀ ਦੀ ਜੜ੍ਹ ਨੂੰ ਫੜਿਆ ਅਤੇ ਖਤਮ ਕੀਤਾ ਜਾ ਸਕੇ। ਗਰੀਬ ਮੁਲਕਾਂ ਵਿੱਚ ਵੀ ਬੱਚਿਆਂ ਨਾਲ ਕਈ ਤਰ੍ਹਾਂ ਦੀਆਂ ਵਧੀਕੀਆਂ ਅਤੇ ਬਦਸਲੂਕੀਆਂ ਕੀਤੀਆਂ ਜਾਂਦੀਆਂ ਹਨ ਅਤੇ ਫਿਰ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਜਦੋਂ ਕਿ ਉਹਨਾਂ ਮੁਲਕਾਂ ਵਿੱਚ ਸਰਕਾਰੀ ਹਿਫਾਜ਼ਤ ਨਾਂ ਦਾ ਨਾਂ ਨਿਸ਼ਾਨ ਤੱਕ ਨਹੀਂ ਹੈ। ਉੱਥੇ ਦੇ ਸੰਤਾਪੇ ਬੱਚੇ ਕੀ ਚੋਰ ਡਾਕੂ ਬਦਮਾਸ਼ ਜਾਂ ਸਮਾਜ ਤੋਂ ਨਕਾਰੇ ਅੰਸ਼ ਬਣਦੇ ਹਨ, ਜਾਂ ਇਹ ਕਿ ਉਹਨਾਂ ਗਰੀਬ ਮੁਲਕਾਂ ਦੇ ਸੱਭਿਆਚਾਰ ਵਿੱਚ ਹੀ ਇੰਨੀ ਜਾਨ ਹੈ ਕਿ ਉਹ ਇਹਨਾਂ ਸੰਤਾਪੇ ਬੱਚਿਆਂ ਨੂੰ ਵੀ ਵਧੀਆ ਇਨਸਾਨ ਬਣਾਉਣ ਵਿੱਚ ਮਦਦ ਕਰਦਾ ਹੈ, ਜਦੋਂ ਕਿ ਸਰਕਾਰੀ ਨੀਤੀਆਂ ਇਸ ਕੰਮ ਵਿੱਚ ਕੋਈ ਮਦਦ ਨਹੀਂ ਕਰਦੀਆਂ। ਕੀ ਨੁਕਸ ਕਿਤੇ ਅਮੀਰ ਪੱਛਮੀ ਮੁਲਕਾਂ ਦੇ ਸੱਭਿਆਚਾਰ ਵਿੱਚ ਤਾਂ ਨਹੀਂ ਕਿ ਇਹ ਸੰਤਾਪੇ ਬੱਚੇ ਸਾਰੀ ਉਮਰ ਸਰਕਾਰੀ ਅਫਸਰਾਂ ਦੇ ਢਹਿ ਚੜ੍ਹੇ ਰਹਿੰਦੇ ਹਨ। ਫਿਕਰ ਵਾਲੀ ਗੱਲ ਇਹ ਵੀ ਹੈ ਕਿ ਹੁਣ ਦਿਨ ਬ ਦਿਨ ਅਫਰੀਕਨ ਕੈਰੀਬੀਅਨ ਕਾਲੇ ਬੱਚਿਆਂ ਵਾਂਗ ਏਸ਼ੀਅਨ ਬੱਚੇ ਅਤੇ ਖਾਸ ਕਰਕੇ ਮੁਸਲਿਮ ਬੱਚੇ ਸਕੂਲਾਂ ਵਿੱਚੋਂ ਜ਼ਿਆਦਾ ਤਾਦਾਦ ਵਿੱਚ ਪੱਕੇ ਤੌਰ 'ਤੇ ਕੱਢੇ ਜਾ ਰਹੇ ਹਨ। ਉਹਨਾਂ ਦੀਆਂ ਪੁਲਿਸ ਨਾਲ ਝੜਪਾਂ ਦੀ ਗਿਣਤੀ ਵੀ ਵੱਧ ਰਹੀ ਹੈ ਅਤੇ ਫਿਰ ਸਰਕਾਰੀ ਹਿਫਾਜ਼ਤ ਵਿੱਚ ਆਉਣ ਦੀ ਗਿਣਤੀ ਵੀ ਇਹਨਾਂ ਦੀ ਜੇਲ੍ਹਾਂ ਵਿੱਚ ਅਤੇ ਗਿਣਤੀ ਇਹਨਾਂ ਦੀ ਜੇਲ੍ਹਾਂ ਵਿੱਚ ਵੀ ਵੱਧ ਰਹੀ ਹੈ। ਦੋ ਵੱਖੋ ਵੱਖਰੀਆਂ ਕੌਮਾਂ 'ਚੋਂ ਪੈਦਾ ਹੋਏ ਬੱਚਿਆਂ ਦੀ ਸੰਖਿਆ ਦਾ ਵਧਣਾ ਅਤੇ ਸਰਕਾਰੀ ਅਦਾਰਿਆਂ ਦੇ ਚੱਕਰਾਂ ਵਿੱਚ ਫਸਣਾ ਵੀ ਵੱਧ ਰਿਹਾ ਹੈ ਅਤੇ ਸ਼ਾਇਦ ਇਹ ਵੀਰੜੀ ਕਿਸਮ ਦੇ ਬੱਚੇ ਸਭ ਤੋਂ ਜ਼ਿਆਦਾ ਸੰਤਾਪ ਭੋਗਦੇ ਹਨ। ਜਿੱਥੇ ਇਹਨਾਂ ਨੂੰ ਆਪਣੀ ਸ਼ਨਾਖਤ ਬਾਰੇ ਕਈ ਭੁਲੇਖੇ ਪਾਏ ਜਾਂਦੇ ਹਨ, ਉੱਥੇ ਇਹਨਾਂ ਨੂੰ ਕਬੂਲਣ ਅਤੇ ਅਪਣਾਉਣ ਵਿੱਚ ਵੱਖਰੀ ਕਿਸਮ ਦੀਆਂ ਨਸਲਾਂ ਕਾਰਗਰ ਸਾਬਤ ਨਹੀਂ ਹੋ ਰਹੀਆਂ। ਇਸ ਕਿਸਮ ਦੇ ਬੱਚਿਆਂ ਦੀ ਗਿਣਤੀ ਆਉਂਦੇ ਸਾਲਾਂ ਵਿੱਚ ਹੋਰ ਵਧੇਗੀ ਕਿਉਂਕਿ ਅੰਤਰ ਨਸਲੀ ਵਿਆਹ ਅਤੇ ਬਿਨਾਂ ਵਿਆਹ ਤੋਂ ਇਕੱਠੇ ਰਹਿਣ ਅਤੇ ਬਿਨਾਂ ਵਿਆਹ ਤੋਂ ਬੱਚੇ ਪੈਦਾ ਕਰਨ ਦਾ ਹੁਣ ਫੈਸ਼ਨ ਜਿਹਾ ਹੋ ਗਿਆ ਹੈ। ਸਰਕਾਰ ਨੇ ਵੀ ਇਹੋ ਜਿਹੇ ਸੰਬੰਧਾਂ ਨੂੰ ਪੂਰੀ ਸੂਰੀ ਮਾਨਤਾ ਦੇ ਦਿੱਤੀ ਹੈ। ਨਸਲੀ ਹਮਲੇ ਵੀ ਇਹਨਾਂ ਬੱਚਿਆਂ ਉੱਤੇ ਜ਼ਿਆਦਾ ਹੁੰਦੇ ਹਨ ਅਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਵੀ ਇਹ ਬੱਚੇ ਜ਼ਿਆਦਾਤਰ ਹੁੰਦੇ ਹਨ। ਇਹ ਬੱਚੇ ਸਿਰਫ ਕਾਲੀ ਜਾਂ ਗੋਰੀ ਨਸਲ ਦੇ ਸੰਬੰਧਾਂ ਵਿੱਚੋਂ ਹੀ ਨਹੀਂ ਪੈਦਾ ਹੋ ਰਹੇ, ਸਗੋਂ ਏਸ਼ੀਅਨ ਗੋਰੇ ਜਾਂ ਏਸ਼ੀਅਨ ਅਫਰੀਕਨ ਕੈਰੀਬੀਅਨ, ਹਿੰਦੂ ਸਿੱਖ, ਹਿੰਦੂ ਮੁਸਲਿਮ ਅਤੇ ਸਿੱਖ ਮੁਸਲਿਮ ਸੰਬੰਧਾਂ ਵਿੱਚੋਂ ਵੀ ਧੜਾਧੜ ਬਾਹਰ ਆ ਰਹੇ ਹਨ। ਆਉਂਦੇ ਸਾਲਾਂ ਵਿੱਚ ਬਰਤਾਨੀਆ ਦਾ ਸਮਾਜ ਹੁਣ ਨਾਲੋਂ ਵੱਖਰੀ ਕਿਸਮ ਦਾ ਹੋਵੇਗਾ, ਜਿੱਥੇ ਦੋਗਲੀ ਨਸਲ ਦੇ ਬੱਚਿਆਂ ਦੀ ਗਿਣਤੀ ਤਾਂ ਜ਼ਿਆਦਾ ਹੋਵੇਗੀ ਹੀ, ਸਗੋਂ ਏਸ਼ੀਅਨ ਅਤੇ ਕਾਲੇ ਬੱਚਿਆਂ ਦੀ ਵੀ ਗਿਣਤੀ ਵਿੱਚ ਚੋਖਾ ਵਾਧਾ ਹੋਵੇਗਾ। ਗੋਰੇ ਲੋਕਾਂ ਦੀ ਪੈਦਾਇਸ਼ ਦਰ ਜਿੱਥੇ ਦਿਨੋਂ ਦਿਨ ਘਟ ਰਹੀ ਹੈ, ਉੱਥੇ ਏਸ਼ੀਅਨਾਂ ਅਤੇ ਖਾਸ ਕਰਕੇ ਮੁਸਲਮਾਨ ਬੱਚਿਆਂ ਦੀ ਪੈਦਾਇਸ਼ ਦਰ ਵੱਧ ਰਹੀ ਹੈ। ਕਈ ਤਾਂ ਇਹ ਵੀ ਕਿਆਫੇ ਲਾ ਰਹੇ ਹਨ ਕਿ ਇੱਕ ਦਿਨ ਕਾਲਿਆਂ ਅਤੇ ਏਸ਼ੀਅਨਾਂ ਦੀ ਗਿਣਤੀ ਗੋਰਿਆਂ ਨਾਲੋਂ ਵੀ ਜ਼ਿਆਦਾ ਹੋ ਜਾਵੇਗੀ, ਪਰ ਇਸ ਗੱਲ ਦਾ ਕੋਈ ਠੋਸ ਸਬੂਤ ਅਜੇ ਨਜ਼ਰ ਨਹੀਂ ਆ ਰਿਹਾ। ਹਾਂ, ਕੁਝ ਸ਼ਹਿਰਾਂ ਜਿਵੇਂ ਬਰਮਿੰਘਮ ਅਤੇ ਲੈਸਟਰ ਵਿੱਚ ਕਾਲਿਆਂ ਅਤੇ ਏਸ਼ੀਅਨਾਂ ਦੀ ਗਿਣਤੀ ਗੋਰਿਆਂ ਨਾਲੋਂ ਆਉਂਦੇ ਕੁਝ ਸਾਲਾਂ ਵਿੱਚ ਜ਼ਿਆਦਾ ਹੋ ਜਾਵੇਗੀ। ਇਹ ਸਾਰੀਆਂ ਗੱਲਾਂ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਭਵਿੱਖ ਵਿੱਚ ਸਰਕਾਰੀ ਹਿਫਾਜ਼ਤ ਵਿੱਚ ਆਉਣ ਵਾਲੇ ਬੱਚਿਆਂ ਦਾ ਕੀ ਹਸ਼ਰ ਹੋਵੇਗਾ, ਖਾਸ ਕਰਕੇ ਏਸ਼ੀਅਨ, ਕਾਲੇ ਅਤੇ ਦੋਗਲੀ ਨਸਲ ਦੇ ਬੱਚਿਆਂ ਦਾ। ਅਖਬਾਰ ਗਾਰਡੀਅਨ ਨੇ 13 ਅਕਤੂਬਰ 2000 ਨੂੰ ਸਫਾ 12 ਤੇ ਲਿਖਿਆ ਹੈ ਕਿ ਸੋਸ਼ਲ ਸਰਵਿਸ ਦੀ ਕੀਤੀ ਖੋਜ ਮੁਤਾਬਕ ਸਰਕਾਰੀ ਹਿਫਾਜ਼ਤ ਵਿੱਚ ਰਹਿਣ ਵਾਲੇ ਬੱਚਿਆਂ ਦੀ ਪੜ੍ਹਾਈ ਦਾ ਇਹ ਹਾਲ ਹੈ ਕਿ 70% ਤੋਂ ਵੀ ਜ਼ਿਆਦਾ ਇਹ ਬੱਚੇ ਬਿਨਾਂ ਕਿਸੇ ਇਮਤਿਹਾਨ ਨੂੰ ਪਾਸ ਕੀਤਿਆਂ ਸਕੂਲ ਛੱਡ ਜਾਂਦੇ ਹਨ। ਅਗਰ ਇਹ ਹੀ ਸਿਲਸਿਲਾ ਚੱਲਦਾ ਰਿਹਾ ਤਾਂ ਕਾਲੇ, ਏਸ਼ੀਅਨ ਅਤੇ ਦੋਗਲੀ ਨਸਲ ਦੇ ਸਰਕਾਰੀ ਹਿਫਾਜ਼ਤੀ ਬੱਚਿਆਂ ਦਾ ਭਵਿੱਖ ਗੋਰੇ ਬੱਚਿਆਂ ਵਾਂਗ ਧੁੰਦਲਾ ਹੀ ਰਹੇਗਾ। ਆਸ ਦੀ ਕਿਰਨ ਸਿਰਫ ਉਹਨਾਂ ਕੇਸਾਂ ਵਿੱਚ ਹੀ ਹੈ ਜਿਹੜੇ ਬੱਚਿਆਂ ਨੂੰ ਜਾਂ ਤਾਂ ਪੱਕੇ ਤੌਰ ਉੱਤੇ ਗੋਦ ਲਿਆ ਜਾਂਦਾ ਹੈ ਅਤੇ ਜਾਂ ਅਸਥਾਈ ਮਾਪਿਆਂ ਕੋਲ, ਫੋਸਟਰ ਪੇਰੈਂਟਸ ਕੋਲ ਰਹਿਣ ਲਈ ਭੇਜ ਦਿੱਤਾ ਜਾਂਦਾ ਹੈ। ਏਸ਼ੀਅਨਾਂ ਦਾ ਇਹ ਹਾਲ ਹੈ ਕਿ ਅਸਥਾਈ ਮਾਪੇ ਫੋਸਟਰ ਪੇਰੈਂਟਸ ਬਣਨਾ ਨਹੀਂ ਚਾਹੁੰਦੇ ਅਤੇ ਫਿਰ ਏਸ਼ੀਅਨ ਬੱਚਿਆਂ ਨੂੰ ਗੈਰ ਏਸ਼ੀਅਨ ਪਰਿਵਾਰਾਂ ਵਿੱਚ ਰਹਿਣ ਲਈ ਭੇਜ ਦਿੱਤਾ ਜਾਂਦਾ ਹੈ। ਹਿੰਦੂ ਜਾਂ ਸਿੱਖ ਮੂਲ ਦੇ ਬੱਚਿਆਂ ਨੂੰ ਕਈ ਵਾਰ ਅਸਥਾਈ ਮਾਪਿਆਂ ਦੀ ਘਾਟ ਕਰਕੇ ਮੁਸਲਿਮ ਅਸਥਾਈ ਮਾਪਿਆਂ ਕੋਲ ਭੇਜਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਗੁੰਝਲਾਂ ਪੈਦਾ ਹੁੰਦੀਆਂ ਹਨ। ਨਸਲਵਾਦ, ਸਰਕਾਰੀ ਨੀਤੀਆਂ ਦਾ ਲਾਗੂ ਕਰਨਾ ਅਤੇ ਪੈਰਵੀ ਕਰਨਾ ਕੁਝ ਇਹੋ ਜਿਹੇ ਪੇਚੀਦਾ ਮਸਲੇ ਹਨ ਜੋ ਇਹਨਾਂ ਸੰਤਾਪੀ ਬੱਚਿਆਂ ਦੀਆਂ ਜ਼ਿੰਦਗੀਆਂ 'ਤੇ ਉਮਰ ਭਰ ਲਈ ਪ੍ਰਭਾਵ ਪਾਉਂਦੀਆਂ ਹਨ। ਲੇਬਰ ਸਰਕਾਰ ਦਾ ਇਹ ਪੈਂਤੜਾ ਕਿ ਵਿੱਦਿਆ, ਐਜੂਕੇਸ਼ਨ, ਸਿਹਤ, ਹੈਲਥ ਅਤੇ ਦੇਖਭਾਲ ਕਰਨਾ, ਕੇਅਰ ਨੂੰ ਗੈਰ ਸਰਕਾਰੀ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤਾ ਜਾਵੇ, ਜਿਵੇਂ ਕਿ ਅਮਰੀਕਾ ਵਿੱਚ ਹੈ, ਲੋਕ ਹਿੱਤਾਂ ਦੇ ਖਿਲਾਫ ਭੁਗਤੇਗਾ। ਜਦ ਪੜ੍ਹਾਈ ਵਰਗਾ ਅਹਿਮ ਅਦਾਰਾ ਧਰਮਾਂ ਅਤੇ ਪ੍ਰਾਈਵੇਟ ਹੱਥਾਂ ਵਿੱਚ ਜਾਵੇਗਾ ਤਾਂ ਲੋਕਾਂ ਨੂੰ ਧਰਮ ਦੀ ਰੰਗਤ ਅਤੇ ਫਾਇਦਾ ਕਮਾਉਣ ਅਤੇ ਫਿਰਕਾ ਪ੍ਰਸਤੀ ਤੋਂ ਉੱਠ ਕੇ ਪੜ੍ਹਾਈ ਦੇਣੀ ਮੁਸ਼ਕਿਲ ਹੋ ਜਾਵੇਗੀ। ਇਹੀ ਹਾਲ ਸਿਹਤ ਅਤੇ ਦੇਖਭਾਲ ਦਾ ਹੋਵੇਗਾ। ਜਦੋਂ ਮੁਨਾਫਾ ਕਮਾਉਣਾ ਮੁੱਖ ਮੁੱਦਾ ਹੋ ਜਾਵੇ, ਉੱਥੇ ਇਨਸਾਨੀਅਤ ਦਾ ਮਾਦਾ ਖੁਰਦਾ ਜਾਵੇਗਾ ਅਤੇ ਇਹ ਗੱਲ ਖਾਸ ਕਰਕੇ ਪਬਲਿਕ ਅਦਾਰਿਆਂ ਉੱਤੇ ਜ਼ਿਆਦਾ ਲਾਗੂ ਹੁੰਦੀ ਹੈ।
वेलफेयर स्टेट का मंतव जो 1948 में बैबरली की रिपोर्ट से मिथ्या गया सी दिन ब दिन दूर होंदा जा रहा है। जिवें पढ़ाई सेहत अमीरां लई रह जाएगी, उवें ही बजुर्गों अपाहजां अते संतापी बच्चों की देखभाल भी अमीरां वास्ते ही हो जाएगी। वेलफेयर स्टेट तो पहलां जिवें सेवा भावी संस्थावां माड़ा मोटा यतीम बच्चों का कुछ करिया करदियां सन, वो पुट्ठा गेड़ा फिर शुरू हो जाएगा। सरकारी महकमे जिवें हैल्थ और सोशल सर्विस इकट्ठे किए जा रहे हैं और सरकारी बागुओं की छांटी की जा रही है। ये हाल बाकी सरकारी महकमे का भी हो रहा है, जिवें पढ़ाई और घरों का महकमा। चाहे सरकार ने स्टैंडर्ड केयर एक्ट लागू करता है, पर जब असली मुद्दा पैसे बचाना होवे उस वेले संतापी बच्चों या बजुर्गों की देखभाल ठीक नहीं हो सकती। ये तो सी जी मेरा लेख जोड़ा मैं तुहाडे नाल साझा किया, तो हुण मैं तुहाडे टैलीफोन कॉल्स की वेट कर रहा ताकि आप एक इस गंभीर मसले ते संवाद चा सके। हैलो जी, कौन थे जी, कित्थों बोलते हैं? वेलकम है जी। हेलो जी, गुड इवनिंग। हाँ जी, गुड इवनिंग जी। हेलो, मैं तुहाडी इंट्रोडक्शन सुनी है, बड़ा कंट्रोवर्शियल जिहा टॉपिक तुसीं रखिया है। हाँ जी, कंट्रोवर्शियल इन दी सेंस कि देखो मतलब सरकारी लफ्ज़ जिहड़ा है वो मैनूं समझ नहीं लगा। उनके ही देखो मतलब बच्चे पैदा होंदे ने आउट ऑफ रेप या अनवांटेड चिल्ड्रन, वालदैन जिहड़े ने उन्हां नूं डिसोन करदे ने, वो कहंदे ने कि असीं मतलब वो फिर वो किसी फोस्टर हाउस या किसी इस तरह के जिहड़े अनवांटेड चिल्ड्रन का, जिस तरह मदर तरीजा का नाम तुसीं सुनिया होना है। चंगी तरह मदर तरीजा ने इन्ना किया कि हर बच्चा जिहड़ा वालदैन तो डिसोन सी वो उन्होंने करके उन्होंने लुक आफ्टर करती सी। इस तरह पाकिस्तान ईदी फाउंडेशन एक हैगी है, ईदी दे नाम तो मशहूर है। उन्हों का कराची से दूसरे शहरों च हैगा कि जिथे वो बच्चों लुक आफ्टर करते हैं, जोड़े वालदैन छड्ड जाते हैं या कोई यतीम बच्चे ने जिन्होंने कोई लुक आफ्टर करने वाला नहीं, तो वो डिस्टर्ब्ड बैकग्राउंड के जो बच्चे ने उन्होंने फिर मुस्तकबिल भी जो बड़ा अनसर्टन होंदा है, दैट क्रिमिनल टेंडेंसी हो जाती है या वो दूसरे पुठे सीधे काम करते हैं। बड़ा तुसी अच्छा टॉपिक सुनिए सिलेक्ट किया है, लेकिन ये मैं जरूर कहूँगा कि इस तरह वालदैन नूं चाहिए कि इस तरह बच्चों नूं अगर पैदा किए हैं तो उन्होंने लुक आफ्टर भी करना। इस तरह फोस्टर हाउसिस या इस तरह के जगह ते ना छड्डन जिथे कि उन्होंने प्रॉपर लुक आफ्टर नहीं हो सकती। थैंक यू इजाज साहब, बहुत मेहरबानी जी। ये तो असीं इजाज़ होनी, तुसीं भी टैलीफोन कॉल करके साडे नाल अपने विचार साझे कर सकते हैं, क्योंकि मैं जिस तरह पहला भी दस्सिया सी तुहानूं ते इस लेख विच भी मैं इन्हां बच्चों नाल ही काम किया है सारी उम्र अपने करियर दे विच, ते इस करके मैनूं पूरी समझ है कि इन्हां बच्चों नाल की हुंदा है, इन्हां दी बैकग्राउंड की हुंदी है ते फ्यूचर इन्हां दा की बनदा। ये बच्चों ते बहुत तशद्दद भी होया हुंदा हैगा, ते ये साडे जिहड़े अदारे है जिन्हें जिहड़े इन्हें लुक आफ्टर करदे, चाहे वो सरकारी इदारे हैगे आ, चाहे जिहड़ा हैगा कोई होर गैर सरकारी इदारे हैगे आ, इन्हां नूं गुड सिटीजन बनाउण दे विच नाकामयाब असीं रहे हैं। ਜਦੋਂ कि ਜਿਹੜੀਆਂ यूरोपीयन कुछ ਜਿਹੜੀਆਂ मुल्क हैगे आ, यूरोपीयन मुल्क हैगे, उत्थे उन्हां दा जिहड़ा सिस्टम हैगा। हैलो जी, कौन ते जी, कित्थे बोलदे हैं? वेलकम जी। सत श्री अकाल जी। सत श्री अकाल जी। भाजी मैं ना बुक्कां ਜਿਹੜੀਆਂ ਤੁਸੀਂ ਪੜ੍ਹਦੇ ਹੁੰਦੇ ਆ ਟੈਲੀਵਿਜ਼ਨ ਦੇ ਉੱਤੇ, ਮੈਂ बुक्कां ਜਿਹੜੀਆਂ ना ਲੈਣੀਆਂ ਚਾਹੁੰਦਾ ਆ। ठीक है, कोई नहीं, तुसीं इन्हां नाल मोमी हुणां नाल गल कर लो, तुहानूं दे देवांगे। हाँ जी, इन्हों मोमी हुणां नूं अपना नंबर दस दिओ तो फिर मैं तुहानूं नंबर मोमी हुणी तुहानूं नंबर मेरा दे देणगे तो आपां फिर गल कर लवांगे इहदे बारे, कोई प्रॉब्लम नहीं। हेलो, मेरा ख्याल ड्रॉप कर गया कॉल। तो जिस तरह मैं असीं गल कर रहे भी जिहड़े कुछ यूरोपीयन कंट्रीज़ हैगे आ, वो खासकर स्कैंडिनेवियन कंट्रीज़ जिहड़े हैगे आ, उत्थे डेनमार्क, नॉर्वे वगैरह, स्वीडन वगैरह ते जिहड़े डैनिश यानी कि जिहड़े कि डेनमार्क वगैरह जिस तरह दस्सिया हैगा, ये कंट्रियां दे विच उस सोशल वर्कर नूं पैडागोजी सादे हैगे। पैडागॉग्स यानी कि जिहड़े हैगे वो टीचरां नाल यानी कि काम करदे है, पुलिस नाल काम करदे हैगे, ते इसे करके उत्थे जिहड़े बच्चे केयर दे विच आउंदे आ बड़े घੱਟ है। ते जो कोई बरतानिया दे विच जिहड़े बच्चे केयर विच हुंदे हैगे आ, उन्हां विचों लैस दैन 3% जिहड़े बच्चे हैगे आ वो हायर एजुकेशन दे लई जांदे आ, तो बाकी जोड़े बच्चे है वो बहुत सारे क्राइम्स के फस जाते हैं, तो
ਜਿਹੜੇ ਕ੍ਰਾਈਮਸ ਹੈਗੇ ਆ ਉਹ ਉਹਨਾਂ ਦੇ ਗਾਂਹ ਜਿਹੜੇ ਬੱਚੇ ਪੈਦਾ ਹੁੰਦੇ ਉਹ ਵੀ ਉਹਦੇ ਵਿੱਚ ਕ੍ਰਾਈਮਸ ਵਿੱਚ ਫਸ ਜਾਂਦੇ। ਇੱਕ ਕਿਸਮ ਦਾ ਇਹ ਵਿਸ਼ੇਸ਼ ਸਰਕਲ ਜਿਹੜਾ ਹੈਗਾ ਉਹ ਚੱਲ ਜਾਂਦਾ ਹੈਗਾ। ਅਤੇ ਇਹ ਬੱਚਿਆਂ ਦੀ ਜੇ ਅਸੀਂ ਲੁੱਕ ਆਫਟਰ ਠੀਕ ਤਰ੍ਹਾਂ ਨਹੀਂ ਕਰ ਸਕਦੇ ਅਤੇ ਉਹਦੇ ਨਾਲ ਜਿਹੜਾ ਹੈਗਾ ਸਾਡੇ ਸਮਾਜ ਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪੈਂਦਾ ਹੈ। ਸਾਡੇ ਸਮਾਜ ਨੂੰ ਬਹੁਤ ਵੱਡੇ ਯਾਨੀ ਕਿ ਬਹੁਤ ਜ਼ਿਆਦਾ ਪੈਸੇ ਖਰਚਣੇ ਪੈਂਦੇ ਹੈਗੇ ਆ, ਜਿਹਦੇ ਵਿੱਚ ਸੋਸ਼ਲ ਵਰਕਰਸ ਹੁੰਦੇ ਹੈਗੇ, ਜਿਹਦੇ ਵਿੱਚ ਪੁਲਿਸ ਹੁੰਦੀ ਹੈਗੀ ਹੈ, ਜਿਹਦੇ ਵਿੱਚ ਕੋਰਟ ਸਿਸਟਮ ਸਾਰਾ ਯਾਨੀ ਕਿ ਹੁੰਦਾ ਹੈਗਾ, ਵਕੀਲ ਵੀ ਵਿੱਚ ਇਹਦੇ ਵਿੱਚ ਹੀ, ਜੱਜ ਵਗੈਰਾ। ਇਹ ਸਾਰਾ ਜਿਹੜਾ ਖਰਚਾ ਹੈਗਾ ਅਸੀਂ ਇਹਨਾਂ ਬੱਚਿਆਂ ਨੂੰ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਮੈਂ ਸਮਝਦਾ ਲਿਆ ਵੀ ਅਸੀਂ ਇਸ ਮੁਲਕ ਵਿੱਚ ਜਿੱਥੇ ਕਿ ਵੈਲਫੇਅਰ ਸਟੇਟ ਹੈਗੀ ਆ ਉਹਦੇ ਵਿੱਚ ਵੀ ਇਹਨਾਂ ਬੱਚਿਆਂ ਨੂੰ ਅਸੀਂ ਗੁੱਡ ਸਿਟੀਜ਼ਨ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਹੈਗੇ। ਜਿਹੜੀ ਗੱਲ ਮਾੜੀ ਹੈ ਯਾਨੀ ਕਿ ਹੋ ਰਹੀ ਉਹ ਇਹ ਹੈ ਕਿ ਸਾਡੇ ਜਿਹੜੇ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ। ਹਾਂਜੀ ਹਾਂਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਸ਼ਰਨਜੀਤ ਬੋਲਦੀ ਹਾਂ। ਸ਼ਰਨਜੀਤ ਜੀ, ਕੀ ਕਹਿਣਾ ਚਾਹੋਗੇ? ਤੁਹਾਡਾ ਤਾਂ ਬੜਾ ਐਕਸਪੀਰੀਅੰਸ ਹੈਗਾ ਇਸ ਮਸਲੇ ਵਿੱਚ। ਨਹੀਂ, ਹਾਂਜੀ, ਇੱਕ ਤਾਂ ਜਿਹੜੀ ਦੱਸਿਆ ਓਬਵੀਅਸਲੀ ਉਹ ਪੁਰਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਲਿਖੀ ਸੀਗੀ, ਪਰ ਮੇਰੇ ਐਕਸਪੀਰੀਅੰਸ ਨਾਲ ਜਿਹੜੇ ਤੁਸੀਂ ਐਕਸਪੀਰੀਅੰਸ ਆਤੇ ਨਿਆਣੇ ਕਹਿੰਦੇ ਉਹ ਵੀ ਹੁੰਦੇ ਆ ਉਹਨਾਂ ਦੇ, ਕਿਉਂਕਿ ਜਦੋਂ ਮੈਂ ਮੰਨਦੀ ਹਾਂ ਜ਼ਰੂਰੀ ਨਹੀਂ ਨਿਆਣਿਆਂ ਦੀ ਗਲਤੀ, ਨਿਆਣਿਆਂ ਦਾ ਫਾਲਟ ਆ। ਨਿਆਣੇ ਉੱਦਾਂ ਦੀਆਂ ਫੈਮਲੀਆਂ 'ਚ ਆਉਂਦੇ ਆ ਜਿੱਥੇ ਪ੍ਰੋਬਲਮਸ ਬੜੀਆਂ ਹੁੰਦੀਆਂ, ਸੋ ਉਹ ਜਿਹੜੀਆਂ ਪ੍ਰੋਬਲਮਸ ਫੈਮਲੀ ਦੀਆਂ ਪ੍ਰੋਬਲਮਸ ਆ, ਪੇਰੈਂਟਸ ਦੀਆਂ ਪ੍ਰੋਬਲਮਸ ਆ, ਉਹ ਫਿਰ ਨਿਆਣੇ ਉੱਦਾਂ ਦੇ ਮਾਹੌਲ 'ਚੋਂ ਜੋ ਨਿਕਲਦੇ ਉਹ ਸਾਈਕੋਲੋਜੀਕਲੀ ਕਾਫੀ ਅਫੈਕਟਡ ਹੁੰਦੇ ਆ। ਫਿਰ ਅਸੀਂ ਉਹਨਾਂ ਦੀ ਸਾਨੂੰ ਮਜਬੂਰੀ ਉਹਨਾਂ ਦੇ ਘਰਾਂ 'ਚ ਉਹਨਾਂ ਨੂੰ ਕੱਢ ਕੇ ਜਾਂ ਚਿਲਡਰਨਸ ਹੋਮ 'ਚ ਰੱਖਣਾ ਪੈਂਦਾ ਆ ਜਾਂ ਫੋਸਟਰ ਹੋਮ 'ਚ ਰੱਖਣਾ ਪੈਂਦਾ ਆ। ਉਹ ਵੀ ਆਪਣੇ ਮਾਪਿਆਂ ਤੋਂ ਵੀ ਫਿਰ ਦੂਰ ਹੁੰਦੇ ਆ। ਉਹ ਜਿਹੜੇ ਅਸਰ ਨਿਆਣਿਆਂ 'ਤੇ ਹੁੰਦਾ, ਉਹਨਾਂ ਦੇ ਦਿਮਾਗ 'ਤੇ ਅਸਰ ਹੁੰਦਾ ਆ, ਉਹ ਬਿਹੇਵੀਅਰ ਫਿਰ ਨਿਆਣਿਆਂ ਨੇ ਉਹਨਾਂ ਬਿਹੇਵੀਅਰ 'ਚ ਸ਼ੋ ਕਰਨਾ ਆ। ਤੇ ਉਹ ਬਿਹੇਵੀਅਰ ਚੰਗੀ ਤਾਂ ਪਹਿਲਾਂ ਨਾ ਸਮਝਿਆ ਜਾਵੇ, ਨਾ ਉਹਨਾਂ ਨੂੰ ਹੈਂਡਲ ਕੀਤਾ ਜਾਏ ਚੰਗੀ ਤਾਂ, ਫਿਰ ਜਿਹੜੇ ਤੁਸੀਂ ਕਹਿੰਦੇ ਨਿਆਣੇ ਕ੍ਰਾਈਮ 'ਤੇ ਚੱਲ ਜਾਂਦੇ ਆ, ਡਰੱਗਸ 'ਤੇ ਚੱਲ ਜਾਂਦੇ ਆ, ਜਾਂ ਕਈ ਵਾਰੀ ਹੁੰਦਾ ਕਿੱਦਾਂ ਦੇ ਪੇਅਰ ਗਰੁੱਪ 'ਚ ਕਿੱਦਾਂ ਦੇ ਗਰੁੱਪ 'ਚ ਫਸ ਜਾਂਦੇ ਆ। ਜੇ ਉਹ ਰੋਂਗ ਗਰੁੱਪ 'ਚ ਫਸ ਜਾਂਦੇ ਆ ਤਾਂ ਫਿਰ ਉਹਨਾਂ ਦੇ ਇੱਦਾਂ ਬਿਹੇਵੀਅਰ ਹੁੰਦੇ ਆ। ਪਰ ਬਹੁਤੇ ਨਿਆਣੇ ਜਦੋਂ ਸ਼ੁਰੂ ਤੋਂ ਹੀ ਅਸੀਂ ਆਉਂਦੇ ਆ, ਜੇ ਅਸੀਂ ਉਹਨਾਂ ਦਾ ਸੋਸ਼ਲ ਸਰਵਿਸ ਮਲਟੀ ਡਿਸਪਲਿਨਰੀ ਕੰਮ ਕਰਦੇ ਆ, ਉਹ ਕਾਫੀ ਜਾਣੇ ਇਨਵੋਲਵਡ ਹੁੰਦੇ ਆ, ਉਹ ਪੇਰੈਂਟਸ ਦੇ ਨਾਲ ਕੰਮ ਕਰਦੇ ਆ ਕਿ ਤੁਹਾਡੇ ਘਰ 'ਚ ਕੀ ਪ੍ਰੋਬਲਮਸ ਆ, ਕਿਹਦੇ ਕਰਕੇ ਨਿਆਣੇ ਤੁਹਾਡੇ ਘਰ ਅੱਛੀ ਤਰ੍ਹਾਂ ਨਹੀਂ ਪਲ ਰਹੇ। ਪੇਰੈਂਟਸ ਨੂੰ ਪੈਰੈਂਟਿੰਗ ਸਿਖਾਈ ਜਾਂਦੀ ਆ, ਨਿਆਣਿਆਂ ਨੂੰ ਸਮਝਾਇਆ ਜਾਂਦਾ ਪੇਰੈਂਟਸ ਨਾਲ ਕਿੱਦਾਂ ਰਹਿਣਾ। ਪੇਰੈਂਟਸ ਅਤੇ ਉਹ ਨਿਆਣਿਆਂ ਦਾ ਅਤੇ ਪੇਰੈਂਟਸ ਦਾ ਕਾਂਟੈਕਟ ਰੱਖਦੇ। ਜਿੱਥੇ ਅਸੀਂ ਪੇਰੈਂਟਸ ਦਾ ਅਤੇ ਨਿਆਣੇ ਦਾ ਕਾਂਟੈਕਟ ਕੱਟ ਆਫ ਹੋ ਜਾਂਦਾ ਆ, ਉੱਥੇ ਨਿਆਣੇ ਡਿਸਟਰਬ ਹੁੰਦੇ। ਨਿਆਣਾ ਮਾਪਿਆਂ 'ਚ ਪਲਿਆ ਆ, ਜੇ ਉਹਦਾ ਮਾਪਿਆਂ ਦਾ ਕਾਂਟੈਕਟ ਅਸੀਂ ਬੰਦ ਕਰਦੇ, ਨਿਆਣੇ ਨੂੰ ਤਾਂ ਦੁਖੀ ਹੋਣਾ ਹੀ ਆ, ਉਹ ਫਿਰ ਉਹਦੇ ਬਿਹੇਵੀਅਰ 'ਚ ਆਉਂਦਾ ਆ। ਸੋ ਆਈ ਥਿੰਕ ਇੱਕ ਤਾਂ ਸਾਡੀ ਜਿਹੜੇ ਕਿਉਂ ਸਾਡੇ ਘਰਾਂ 'ਚੋਂ ਨਿਆਣੇ ਲਿਆਏ ਜਾਂਦੇ ਫੋਸਟਰ ਵਿੱਚ, ਪਹਿਲੀ ਤਾਂ ਗੱਲ ਇਹ ਆ। ਬਹੁਤਾ ਕਰਕੇ ਹੁੰਦਾ ਪੇਰੈਂਟ ਕੋ ਜਿਹੜੇ ਜਿਨ੍ਹਾਂ ਪੈਰੈਂਟਸ ਪੈਰੈਂਟਿੰਗ ਲੈਕ ਆਫ ਪੈਰੈਂਟਿੰਗ ਸਕਿੱਲਸ, ਉਹਨਾਂ ਨੂੰ ਬੱਚੇ ਪਾਲਣੇ ਨਹੀਂ ਆਉਂਦੇ ਕਈਆਂ ਨੇ, ਕਿਉਂਕਿ ਆਪ ਉਹਨਾਂ ਦੀ ਪਰਵਰਿਸ਼ ਚੰਗੀ ਤਾਂ ਨਾ ਹੋਈ ਹੋਵੇ ਨਾ, ਫਿਰ ਉਹਨਾਂ ਨੂੰ ਗਾਂ ਬੱਚੇ ਨਹੀਂ ਚੰਗੀ ਤਾਂ ਪਾਲਦੇ ਹੁੰਦੇ। ਕਈ ਵਾਰੀ ਫਿਰ ਉਹ ਸਕਿੱਲਸ ਉਹਨਾਂ ਨੂੰ ਦੱਸਣੀਆਂ ਪੈਂਦੀਆਂ। ਕਈ ਵਾਰੀ ਪੇਰੈਂਟਸ ਦੀ ਇਲ ਹੈਲਥ ਹੁੰਦੀ ਆ, ਜਾਂ ਫੈਮਿਲੀ ਰਿਲੇਸ਼ਨਸ਼ਿਪ ਬ੍ਰੇਕਡਾਊਨ ਹੁੰਦੀ, ਸਿੰਗਲ ਪੇਰੈਂਟਸ ਹੋ ਜਾਂਦੇ, ਜਾਂ ਜਿੱਥੇ ਸ਼ਰਾਬ ਜ਼ਿਆਦਾ ਪੀਂਦੇ, ਮਾਰ ਕਟਾਈ ਹੁੰਦੀ ਆ, ਉਹ ਨਿਆਣੇ ਫਸ ਜਾਂਦੇ ਉਹਨਾਂ ਦੀਆਂ ਗੱਲਾਂ 'ਚ, ਉੱਦਾਂ ਦੀ ਸਿਚੁਏਸ਼ਨ, ਉਹ ਨਿਆਣਿਆਂ 'ਤੇ ਇਫੈਕਟ ਬਹੁਤ ਪੈਂਦਾ। ਸੋ ਜੋ ਵੀ ਅਸੀਂ ਕਹਿੰਦੇ ਨਾ ਨਿਆਣੇ ਇੱਦਾਂ ਦੇ ਹੋ ਜਾਂਦੇ, ਨਿਆਣੇ ਬੈਡ ਹੋ ਜਾਂਦੇ, ਬੈਡ ਬਿਹੇਵੀਅਰ ਆ, ਸਾਨੂੰ ਉਹਨਾਂ ਦੇ ਕਿਉਂ ਬੈਡ ਬਿਹੇਵੀਅਰ ਆ ਤੇ ਅਸੀਂ ਉਹ ਕਿੱਦਾਂ ਅਵੋਇਡ ਕਰ ਸਕੀਏ। ਬਿਲਕੁਲ। ਤੇ ਕਈ ਜਗ੍ਹਾ ਤੇ ਹੈਗੇ ਆ ਫੋਸਟਰ ਪੇਰੈਂਟਸ ਜਿਹੜੇ ਹੁੰਦੇ ਆ, ਸੋਸ਼ਲ ਸਰਵਿਸ ਉਹਨਾਂ ਨੂੰ ਕਾਫੀ ਟ੍ਰੇਨਿੰਗ ਦਿੰਦੇ, ਉਹਨਾਂ ਨੂੰ ਦੱਸਦੇ ਕਿੱਦਾਂ ਦੇ ਨਿਆਣੇ ਉਹ ਸਾਂਭ ਸਕਦੇ, ਕਿਹੜੀ ਏਜ ਦੇ ਸਾਂਭ ਸਕਦੇ ਆ ਤੇ ਕਿੱਦਾਂ ਦੇ ਬਿਹੇਵੀਅਰ ਦੇ ਨਿਆਣੇ ਉਹ ਨਿਆਣੇ ਉਹਨਾਂ ਨੂੰ ਦੇ ਜਾਂਦੇ। ਤੇ ਜਿਹੜੇ ਤਾਂ ਫਸਟ ਹੋਮ 'ਚ ਨਿਆਣੇ ਟਿਕ ਜਾਣ ਉਹ ਤਾਂ ਤਰੱਕੀ ਕਰ ਵੀ ਲੈਂਦੇ ਆ। ਪਰ ਕਿਤੇ ਵੀ ਜਿਹੜਾ ਨਿਆਣਾ ਆਪਣੇ ਘਰ 'ਚੋਂ ਚੱਕਿਆ ਜਾਵੇ, ਉਹਨੂੰ ਥੋੜ੍ਹੀ ਜਿਹੀ ਤਾਂ ਤਕਲੀਫ ਹੋਏਗੀ, ਉਹਦੀ ਪੜ੍ਹਾਈ 'ਤੇ ਅਸਰ ਤਾਂ ਪੈਣਾ ਹੀ ਪੈਣਾ। ਜਿਹੜੇ ਚਿਲਡਰਨਸ ਹੋਮ 'ਚ ਰਹਿ ਜਾਂਦੇ ਆ, ਉਹ ਵੀ ਕਈ ਤਰ੍ਹਾਂ ਦੇ ਬਿਹੇਵੀਅਰ ਦੇ ਨਿਆਣੇ ਉੱਥੇ ਹੁੰਦੇ, ਉਹ ਤੁਹਾਨੂੰ ਐਵਰੀ ਡੇ ਤੁਹਾਨੂੰ ਬਾਕੀ ਨਿਆਣਿਆਂ ਨਾਲ ਵੀ ਤੁਹਾਡੀ ਕੰਪੀਟੀਸ਼ਨ ਰਹਿੰਦੀ ਆ, ਫਾਈਟ ਰਹਿੰਦੀ ਆ, ਤਾਂ ਉਹ ਕੌਂਸਟੈਂਟਲੀ ਤੁਹਾਡੇ 'ਤੇ ਅਸਰ ਪੈਂਦਾ ਰਹਿੰਦਾ, ਉਹਨਾਂ ਤੁਹਾਡੀ ਪੜ੍ਹਾਈਆਂ 'ਤੇ, ਤੁਹਾਡੇ ਬਿਹੇਵੀਅਰ 'ਤੇ। ਨੋ ਵੰਡਰ ਫਿਰ ਤੁਸੀਂ ਬੈਡ ਕੰਪਨੀ 'ਚ, ਬੈਡ ਗਰੁੱਪ 'ਚ ਜੁਆਇਨ ਕਰ ਜਾਂਦੇ ਆ। ਸੋ ਹਾਂ ਸਿਚੁਏਸ਼ਨਸ ਹੁੰਦੀਆਂ, ਨਿਆਣੇ ਕਿਉਂ ਇੱਦਾਂ ਦੇ ਇਹ ਨਹੀਂ ਕਿ ਜਿਹੜੇ ਨਿਆਣੇ ਕੇਅਰ 'ਚ ਆ ਉਹ ਨਿਆਣੇ ਬੈਡ ਬਿਹੇਵੀਅਰ ਵਾਲੇ ਹੁੰਦੇ ਆ, ਉਹਨਾਂ ਦਾ ਬੈਡ ਬਿਹੇਵੀਅਰ ਹੁੰਦਾ ਕਿਉਂ ਆ। ਆਈ ਥਿੰਕ ਦੈਟਸ ਦ ਮੋਸਟ ਇੰਪੋਰਟੈਂਟ ਥਿੰਗ ਦੈਟ ਵੀ ਨੀਡ ਟੂ ਨੋ। ਸੋ ਮੇਰੇ ਵੱਲੋਂ ਜਦੋਂ ਵੀ ਆਈ ਲੁੱਕ ਐਟ ਇਟ, ਜ਼ਰੂਰੀ ਨਹੀਂ ਨਿਆਣਿਆਂ ਦੀ ਗਲਤੀ ਤਾਂ ਆ ਜਾਂਦੀ, ਜਾਂ ਪੇਰੈਂਟਸ ਕੋ ਨਹੀਂ ਚੰਗੀ ਤਰ੍ਹਾਂ ਰੱਖ ਹੋਈ, ਜਾਂ ਜਦੋਂ ਕੇਅਰ 'ਚ ਆ ਜਾਂਦੇ ਉਹ ਨਿਗਲੈਕਟ ਹੋ ਜਾਂਦੇ ਆ। ਜੇ ਨਿਆਣੇ ਨਿਗਲੈਕਟ ਹੋ ਗਏ, ਉਹਨਾਂ ਨੂੰ ਸੋਸ਼ਲ ਸਰਵਿਸ ਵਾਲਿਆਂ ਨੇ ਚੰਗੀ ਤਰ੍ਹਾਂ ਸਮਝਿਆ ਨਹੀਂ,
ਫਿਰ ਉਹ ਨਿਗਲੈਕਟ ਹੋ ਕੇ ਜੋ ਅਬਿਊਜ਼ ਹੋਇਆ ਤਾਂ ਅਬਿਊਜ਼ ਨਹੀਂ ਉਹਨਾਂ ਦਾ ਸਮਝਿਆ, ਅਬਿਊਜ਼ ਤੇ ਕਿੱਦਾਂ ਉਹਨਾਂ ਤੇ ਅਸਰ ਪਿਆ ਤਾਂ ਉਹਦੀ ਹੈਲਪ ਨਹੀਂ ਉਹਨਾਂ ਨੂੰ ਦਿੱਤੀ ਜਾਂਦੀ, ਫਿਰ ਨਿਆਣਿਆਂ ਦਾ ਬਿਹੇਵੀਅਰ ਬੈਡ ਹੁੰਦਾ, ਫਿਰ ਉਹ ਡਿਫਿਕਲਟ ਹੋ ਜਾਂਦੇ ਆ, ਜਾਂ ਫੋਸਟਰ ਹੋਮ 'ਚ ਰੱਖਣੇ ਜਾਂ ਚਿਲਡਰਨਸ ਹੋਮ 'ਚ ਰੱਖਣੇ ਜਾਂ ਉਹਨਾਂ ਨੂੰ ਅਸੀਂ ਅਡੋਪਸ਼ਨ ਲਈ ਪਲੇਸ ਕਰਨਾ ਹੋਵੇ, ਫਿਰ ਉਹ ਨਿਆਣੇ ਜ਼ਿਆਦਾ ਡਿਫਿਕਲਟ ਹੋ ਜਾਂਦੇ ਆ। ਪਰ ਸ਼ਰਨਜੀਤ ਜੀ ਇਹ ਕਰਕੇ ਮੈਂ ਮੰਨਦੀ ਹਾਂ ਕਿ ਸਾਡੀ ਕਮਿਊਨਿਟੀ ਨੂੰ ਨੌਲੇਜ ਹੋਣੀ ਚਾਹੀਦੀ ਆ ਕਿ ਹੌਲੀ ਸਾਡੇ ਬੱਚੇ ਵੀ ਕਾਫੀ ਕੇਅਰ ਸਿਸਟਮ 'ਚ ਆਉਂਦੇ ਆ। ਬਿਲਕੁਲ, ਮੈਂ ਇਹੀ ਸਵਾਲ ਕਰਨ ਲੱਗਾ ਤੁਹਾਨੂੰ। ਸਿਸਟਮ 'ਚ ਆਉਂਦੇ ਆ ਤੇ ਫਿਰ ਇਹ ਹੈਗਾ ਕਿ ਸਾਡੀਆਂ ਫੈਮਿਲੀਜ਼ ਜਿਹੜੀਆਂ ਨਾ ਚੰਗੀਆਂ ਫੈਮਿਲੀਜ਼ ਆ ਜਿਨ੍ਹਾਂ ਨੂੰ ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲਣਾ ਪਲੋਸਣਾ ਆਉਂਦਾ ਸੀ, ਉਹਨਾਂ ਕੋਲ ਟਾਈਮ ਆ, ਜਗ੍ਹਾ ਹੈਗੀ ਆ, ਉਹ ਅੱਗੇ ਆ ਕੇ ਫੋਸਟਰ ਕੇਅਰਸ ਬਣਨ ਜਾਂ ਅਡੋਪਟਰਸ ਬਣਨ, ਉਹ ਇਹਨਾਂ ਨਿਆਣਿਆਂ ਦੀ ਲਾਈਫ ਇੰਪਰੂਵ ਕਰ ਸਕਦੇ ਆ ਤੇ ਉਹਨਾਂ ਦੀ ਬਹੁਤ ਹੈਲਪ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਉਹ ਮਾਹੌਲ ਚਾਹੀਦਾ ਆ ਬੱਚਿਆਂ ਨੂੰ ਜਿਹੜਾ ਸਟੇਬਲ ਮਾਹੌਲ ਹੋਵੇ, ਜਿੱਥੇ ਉਹ ਅੱਛੀ ਤਰ੍ਹਾਂ ਸਟੇਬਲ ਰਹਿਣ ਤੇ ਫਿਰ ਉਹਨਾਂ ਦੀ ਪੜ੍ਹਾਈ ਤੇ ਵੀ ਅੱਛਾ ਅਸਰ ਪਵੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਸ਼ਰਨਜੀਤ ਯਾਨੀ ਕਿ ਜਿਹੜੇ ਸੋਸ਼ਲ ਵਰਕਰਸ ਵੀ ਹੈ ਜਿਹੜੇ ਚਿਲਡਰਨਸ ਹੋਮਸ ਵਿੱਚ ਕੰਮ ਕਰਦੇ ਆ, ਯਾਨੀ ਕਿ ਜਾਂ ਪ੍ਰਾਈਵੇਟ ਚਿਲਡਰਨ ਹੋਮ ਜਿਹੜੇ ਜਿੱਥੇ ਉੱਥੇ ਕੰਮ ਕਰਦੇ, ਮੈਜੋਰਟੀ ਆਫ ਦੈਮ ਮੋਰ ਦੈਨ 75% ਦੇ ਆਰ ਅਨਕੁਆਲੀਫਾਈਡ ਸੋਸ਼ਲ ਵਰਕਰਸ। ਮੈਨੂੰ ਪ੍ਰਾਈਵੇਟ ਸੈਕਟਰ ਦਾ ਇੰਨਾ ਨਹੀਂ ਪਤਾ, ਮੈਂ ਸੋਸ਼ਲ ਸਰਵਿਸ ਇਹ ਕਹਿ ਸਕਦੀ ਹਾਂ ਮੇ ਵੀ ਜਦੋਂ ਤੁਸੀਂ ਬੁੱਕ ਲਿਖੀ ਹੋਗੀ ਉਦੋਂ ਇੱਦਾਂ ਹੁੰਦਾ ਹੋਏਗਾ, ਪਰ ਜਦੋਂ ਮੈਂ ਕੰਮ ਕੀਤਾ ਬਟ 10 years ago ਮੈਂ ਰਿਟਾਇਰ ਹੋ ਗਈ ਸੀ, ਜਦੋਂ ਨਿਆਣਿਆਂ ਦਾ ਕੰਮ ਜੇ ਕਰਨਾ ਪੈਂਦਾ ਸੀ ਨਾ, ਜੋ ਤੁਹਾਨੂੰ ਇੱਦਾਂ ਦਾ ਕੰਮ ਯੂ ਹੈਵ ਟੂ ਬੀ ਅ ਕੁਆਲੀਫਾਈਡ ਸੋਸ਼ਲ ਵਰਕਰ, ਫਿਰ ਤੁਹਾਨੂੰ ਜੇ ਕੁਆਲੀਫਾਈਡ ਸੋਸ਼ਲ ਵਰਕਰ ਨਹੀਂ ਤੁਹਾਨੂੰ ਇੱਦਾਂ ਦੇ ਕੇਸਿਸ ਨਹੀਂ ਦਿੰਦੇ, ਕਿਉਂਕਿ ਦੀਜ਼ ਆਰ ਵੈਰੀ ਕੰਪਲੀਕੇਟਿਡ ਕੇਸਿਸ, ਤੇ ਫਿਰ ਇਹ ਅਨਕੁਆਲੀਫਾਈਡ ਸੋਸ਼ਲ ਵਰਕਰਸ ਨੂੰ ਇੱਦਾਂ ਦੇ ਕੇਸਿਸ ਛੇਤੀ ਕਿਤੇ ਨਹੀਂ ਸੀ ਦੇ। ਹਾਂ, ਜੇ ਉਹਨਾਂ ਨੇ ਪੇਰੈਂਟਸ ਨਾਲ ਕੰਟੈਕਟ ਰੱਖਣਾ ਆ, ਉੱਥੇ ਨਿਆਣੇ ਨੂੰ ਲੈ ਕੇ ਜਾਣਾ ਆ, ਉਹ ਫਿਰ ਸੋਸ਼ਲ ਵਰਕਰ ਅਸਿਸਟੈਂਟਸ ਨੂੰ ਜਾਂ ਕਿਸੇ ਨੂੰ ਕਹਿਣਾ ਕਿ ਆਹ ਕੰਮ ਤੁਸੀਂ ਇੱਦਾਂ ਦਾ ਕਰ ਦਿਓ, ਪਰ ਜਿਹੜਾ ਮੇਨ ਕੰਮ ਆ ਨਿਆਣਿਆਂ ਨੂੰ ਅੰਡਰਸਟੈਂਡ ਕਰਨਾ, ਉਹਨਾਂ ਦਾ ਬਿਹੇਵੀਅਰ ਅੰਡਰਸਟੈਂਡ ਕਰਨਾ, ਕਮਿਊਨੀਕੇਸ਼ਨ ਜਿਹੜੀ ਅੰਡਰਸਟੈਂਡ ਕਰਨੀ ਆ, ਇਹ ਯੂਜੂਅਲੀ ਕੁਆਲੀਫਾਈਡ ਸੋਸ਼ਲ ਵਰਕਰਸ ਹੁੰਦੇ। ਬਿਲਕੁਲ ਬਿਲਕੁਲ। ਉਹ ਸੋਸ਼ਲ ਵਰਕਰਸ have got different skills and different levels absolutely ਮੈਂ ਸ਼ਰਨਜੀਤ ਜੀ ਉਹੀ ਗੱਲ ਕਰ ਰਿਹਾ। ਬਹੁਤ ਮਿਹਰਬਾਨੀ, ਹਾਂਜੀ ਬਹੁਤ ਮਿਹਰਬਾਨੀ ਤੁਹਾਡੀ। ਇਹ ਤਾਂ ਸੀ ਸ਼ਰਨਜੀਤ ਹੋਣੀ ਜਿਨ੍ਹਾਂ ਨੇ ਆਪ ਸੋਸ਼ਲ ਸਰਵਿਸ 'ਚ ਬਹੁਤ ਦੇਰ ਕੰਮ ਕੀਤਾ ਹੈਗਾ। ਮੈਂ ਉਹਨਾਂ ਸੋਸ਼ਲ ਵਰਕਰਸ ਦੀ ਗੱਲ ਕਰਦਾ ਸੀ ਜਿਹੜੇ ਚਿਲਡਰਨਸ ਹੋਮਸ ਦੇ ਵਿੱਚ ਕੰਮ ਕਰਦੇ ਹੈਗੇ ਆ, ਯਾਨੀ ਕਿ ਜਾਂ ਕਿ ਸਰਕਾਰੀ ਚਿਲਡਰਨਸ ਹੋਮ ਹੋਣ ਅਤੇ ਜਾਂ ਜਿਹੜਾ ਗੈਰ ਸਰਕਾਰੀ ਚਿਲਡਰਨਸ ਹੋਮ ਵਿੱਚ ਕੰਮ ਕਰਦੇ ਆ ਸੋਸ਼ਲ ਵਰਕਰਸ, ਉਹਨਾਂ ਵਿੱਚੋਂ 70 to 75% ਜਿਹੜੇ ਆ ਦੇ ਆਰ ਅਨਕੁਆਲੀਫਾਈਡ। ਅਤੇ ਸਰਕਾਰ ਜਿਹੜੀ ਹੈਗੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਕੁਆਲੀਫਿਕੇਸ਼ਨ ਦਿੱਤੀ ਜਾ ਸਕੇ, ਤਾਂ ਕਿ ਵਿਚਾਰੇ ਜਿਹੜੇ ਬੱਚੇ ਹੈਗੇ ਆ ਸੰਤਾਪ ਭੋਗ ਰਹੇ ਉਹਨਾਂ ਦੀ ਠੀਕ ਤਰ੍ਹਾਂ ਲੁੱਕ ਆਫਟਰ ਕੀਤੀ ਜਾ ਸਕੇ। ਸਾਡਾ ਟੈਲੀਫੋਨ ਲਾਈਨਸ ਖੁੱਲ੍ਹੀਆਂ ਹੈਗੀਆਂ, ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ, ਅਤੇ ਸਾਡਾ ਟੈਲੀਫੋਨ ਨੰਬਰ ਥੱਲੇ ਆ ਵੀ ਰਿਹਾ ਹੈਗਾ 0300 770 2246। ਇਹ ਜਾਣੀ ਕਿ ਜਿਹੜੇ ਬੱਚੇ ਅਭਾਗੇ ਬੱਚੇ ਹੈ ਜਿਨ੍ਹਾਂ ਵਿੱਚ ਏਸ਼ੀਅਨ ਬੱਚਿਆਂ ਦੀ ਤਾਦਾਦ ਵੀ ਹੁਣ ਕਾਫੀ ਵੱਧ ਰਹੀ ਹੈ, ਜਿਸ ਤਰ੍ਹਾਂ ਸ਼ਰਨਜੀਤ ਉਹਨਾਂ ਨੇ ਵੀ ਗੱਲ ਕੀਤੀ ਹੈ, ਸਾਡੇ ਫੋਸਟਰ ਪੇਰੈਂਟਸ ਵੀ ਬਹੁਤ ਘੱਟ ਹੈਗੇ ਆ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ ਹੋ? ਵੈਲਕਮ ਹੈ ਜੀ। ਹੈਲੋ, ਗੁੱਡ ਈਵਨਿੰਗ ਡਾਕਟਰ ਮਲਹੋਤਰਾ, ਮੈਂ ਮਧੂ ਬੋਲ ਰਹੀ ਹਾਂ। ਹਾਂਜੀ ਮਧੂ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਸ ਮਸਲੇ 'ਤੇ? ਡਾਕਟਰ ਮਲਹੋਤਰਾ, ਸਾਰਾ ਤੁਸੀਂ ਆਪਣੀ ਆਰਟੀਕਲ 'ਚ ਐਕਸਪਲੇਨ ਕਰ ਦਿੱਤਾ ਇਸ ਦੇ ਵਿੱਚ, ਅਤੇ ਮੇਰੇ ਤੋਂ ਪਹਿਲਾਂ ਜਿਹੜੇ ਕਾਲਰ ਆਏ ਸੀ ਹਾਂਜੀ ਉਹਨਾਂ ਨੇ ਵੀ ਬਹੁਤ ਡਿਟੇਲ 'ਚ, ਕਿਉਂਕਿ ਉਹਨਾਂ ਦਾ ਆਪਣਾ ਪਰਸਨਲ ਐਕਸਪੀਰੀਅੰਸ ਹੈਗਾ ਐਜ਼ ਅ ਸੋਸ਼ਲ ਵਰਕਰ। ਮੈਂ ਬਸ ਇਹੀ ਗੱਲ ਐਡ ਕਰਨਾ ਚਾਹਾਂਗੀ ਕਿ ਦੇਖਿਓ, ਇੱਕ ਤਾਂ ਅਕੋਰਡਿੰਗ ਟੂ ਮਾਈ ਐਕਸਪੀਰੀਅੰਸ, ਕਿਉਂਕਿ ਮੈਂ 10-12 ਸਾਲ ਪਹਿਲਾਂ ਫੋਸਟਰਿੰਗ ਲਈ ਅਪਲਾਈ ਕੀਤਾ ਸੀ, ਪਰ ਇਹਨਾਂ ਦੇ ਇੰਨੇ ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨ ਸੀ ਕਿ ਜਿਹੜੇ ਚਾਹੁੰਦੇ ਨੇ ਕਿ ਵੀ ਅਸੀਂ ਇੱਕ ਨਿਆਣੇ ਨੂੰ ਲਿਆ ਕੇ ਜਾਂ ਬ੍ਰਦਰ ਸਿਸਟਰ ਹੈ ਜਾਂ ਦੋ ਬ੍ਰਦਰ ਦੋਸਤ ਜੋ ਵੀ ਹੈਗਾ ਨਾ, ਉਹਨਾਂ ਦੀ ਲਾਈਫ ਨੂੰ ਇੱਕ ਵਾਰੀ ਲਾਈਨ 'ਤੇ ਲਗਾ ਦਈਏ, ਹੈ ਨਾ, ਵਿਦਾਊਟ ਐਨੀ ਫਾਈਨੈਂਸ਼ੀਅਲ ਹੈਲਪ ਔਰ ਐਨੀਥਿੰਗ। ਮੈਂ ਵੀ ਗਿਆ ਸੀ, ਆਈ ਡੋਂਟ ਨੀਡ ਐਨੀ ਫਾਈਨੈਂਸ਼ੀਅਲ ਹੈਲਪ, ਪਰ ਇਹਨਾਂ ਦੇ ਰੂਲਸ ਹੈਗੇ, ਜੇ ਤੂੰ ਵੈਜੀਟੇਰੀਅਨ ਹੈਗੇ ਤੇ ਤੂੰ ਨੋਨ ਵੈਜ ਬੱਚੇ ਨੂੰ ਕਿੱਦਾਂ ਸਾਂਭੇਂਗੀ, ਜੇ ਤੂੰ ਹਿੰਦੂ ਹੈਗੀ ਆ ਜਾਂ ਜੇ ਤੂੰ ਮੁਸਲਿਮ ਹੈਗੀ ਆ ਉਹ ਦੂਸਰੇ ਰਿਲੀਜਨ ਦੇ ਬੱਚੇ ਨੂੰ ਕਿੱਦਾਂ ਸਾਂਭੇਗੀ। ਆਈ ਥਿੰਕ ਦੇ ਹੈਵ ਗੋਟ ਦੇਅਰ ਰੀਜ਼ਨਸ, ਹੈ ਨਾ, ਉਹਨਾਂ ਕੋਲ ਆਪਣੇ ਰੀਜ਼ਨ ਹੋਣਗੇ ਜੋ ਵੀ ਹੈਗਾ, ਨਹੀਂ ਉਹਨਾਂ ਨੇ ਜਿਹੜਾ ਵੀ ਸਰਵੇ ਕੀਤਾ ਹੈ ਜਾਂ। ਪਰ ਮੇਰਾ ਕਹਿਣਾ ਇਸ ਤਰ੍ਹਾਂ ਹੈ ਕਿ ਇਹ ਜਿਹੜੀਆਂ ਤੁਸੀਂ ਕਿਹਾ ਨਾ ਕਿ ਵਿਸ਼ੇ ਸਰਕਲ ਬੱਚੇ ਪੇਰੈਂਟਸ ਖਰਾਬ ਹੈਗੇ, ਬੱਚੇ ਉਹੀ ਦੇਖ ਰਹੇ ਨੇ, ਉਹਨਾਂ ਲਈ ਇਹ ਬੜੀ ਕਾਮਨ ਜੀ ਗੱਲ ਹੈ। ਉਹਨਾਂ ਨੂੰ ਲੱਗਦਾ ਗਲਤ ਹੋ ਰਿਹਾ ਕਿਉਂਕਿ ਬਚਪਨ ਤੋਂ ਉਹਨਾਂ ਨੇ ਇਹ ਦੇਖਿਆ ਮਾਂ ਦੀ ਗੋਦ 'ਚ, ਹੈ ਨਾ, ਕਿ ਡਰੱਗਸ ਲੈ ਰਹੇ ਨੇ ਜਾਂ ਐਲਕੋਹਲਿਕ ਹੈ ਜਾਂ ਹੋਰ ਕੋਈ, ਜਿੱਦਾਂ ਤੁਸੀਂ ਕਹਿ ਲਓ ਡੋਮੈਸਟਿਕ ਵਾਇਲੈਂਸ ਹੈਗੀ ਹੈ, ਉਹ ਨਿਆਣੇ ਉਹਨਾਂ ਲਈ ਆਮ ਹੈਗੀ ਹੈ। ਫਿਰ ਉਹ ਸਕੂਲ ਲਈ ਜਦ ਜਾਂਦੇ ਨੇ, ਉੱਥੇ ਦੂਸਰੇ ਬੱਚਿਆਂ ਦੇ ਪੜ੍ਹਾਈ 'ਤੇ ਅਸਰ ਹੁੰਦਾ ਹੈ, ਉਹਨਾਂ ਦੇ ਕਰੈਕਟਰ 'ਤੇ, ਉਹਨਾਂ ਦੀ ਸਿਰਫ ਇਹ ਜਿਹੜੇ ਅਬਿਊਜ਼ਿਵ ਫੈਮਿਲੀ ਤੋਂ ਆਏ ਹੁੰਦੇ ਨਾ ਨਿਆਣੇ, ਤੇ ਹੁਣ ਤੁਸੀਂ ਇੱਕ ਨਿਆਣੇ ਨੂੰ ਤਾਂ ਇੱਕ ਸੋਸ਼ਲ ਵਰਕਰ ਨਹੀਂ ਐਲੋਕੇਟ ਕਰ ਸਕਦੇ ਨਾ। ਤੇ ਦੇयर ਸ਼ੁੱਡ ਬੀ ਅ ਵੇ ਕਿ ਜਿੱਥੇ ਤੁਹਾਨੂੰ
पेरेंट्स के नाल ਨਿਆਣਿਆਂ ਨੂੰ ਰੱਖੋ है ना, तो रेगुलर विजिट्स होन ते बच्चों ਨੂੰ इन्वॉल्व करो कि ਤੁਸੀਂ किस तरह अपने मम या डैड ਦੀ हेल्प कर सकते हो। फिर ਉਹਨਾਂ ਨੂੰ पेरेंट्स ਨੂੰ ਪੁੱਛਣ ਤੁਸੀਂ ਕਿੱਦਾਂ ਇਸ ਬੱਚੇ ਨੂੰ ਇਸ ਸਿਚੁਏਸ਼ਨ ਕਿੱਦਾਂ ਹੈਲਪ ਕਰੋਗੇ। ਬੇਸ਼ੱਕ ਗਲਤ ਆਨਸਰ ਦੇਣ ਪਰ ਇਨਕਰੇਜ ਕਰੋ ਕਿ ਤੁਹਾਡੀ ਵੀ ਇੰਪੋਰਟੈਂਸ ਹੈਗੀ। ਠੀਕ ਹੈ। ਅਦਰਵਾਈਜ਼ ਇਹ ਵਿਸ਼ੇ ਸਰਕਲਸ ਨਿਕਲਦੇ ਜਿਹੜੇ ਤੁਸੀਂ ਕਈ ਵਾਰ ਦੇਖਿਆ ਹੋਗਾ ਡਾਕੂਮੈਂਟਰੀ 'ਚ ਡਾਕਟਰ ਮਲਹੋਤਰਾ ਕਿ ਇੱਕ ਦੋ ਜਿਹੜੇ ਨਿਕਲ ਆਏ ਨੇ ਤੇ ਕੁਝ ਬਣ ਗਏ ਨੇ, ਉਹ ਅੱਗੇ ਉਹਨਾਂ ਨੇ ਸੋਸ਼ਲ ਵਰਕਰ ਨੂੰ ਐਜ਼ ਅ ਪ੍ਰਾਈਵੇਟ ਹੈਲਪ ਕਰ ਰਹੇ ਨੇ। ਬਿਲਕੁਲ ਕਿਉਂਕਿ ਉਹਨਾਂ ਦਾ ਪਰਸਨਲ ਐਕਸਪੀਰੀਅੰਸ ਹੈਗਾ। ਇਹ ਜਿਹੜੇ ਬਲੈਕ ਐਂਡ ਵਾਈਟ 'ਚ ਅਸੀਂ ਰੂਲਸ ਐਂਡ ਰੈਗੂਲੇਸ਼ਨ ਲਿਖੇ ਨਾ, ਇਹਦੇ ਨਾਲ ਇੰਨਾ ਨਹੀਂ ਕੰਮ ਬਣਦਾ। ਹਾਂਜੀ ਹਾਂਜੀ, ਇੰਨੀ ਹੈਲਪ ਨਹੀਂ ਹੁੰਦੀ ਜਿੰਨਾ ਤੁਸੀਂ ਪ੍ਰੈਕਟੀਕਲੀ ਕਿਸੇ ਨੂੰ ਇਨਵੋਲਵ ਨਾ ਕਰੋ ਜਿਹੜਾ ਇਸ ਐਕਸਪੀਰੀਅੰਸ 'ਚ ਨਿਕਲ ਚੁੱਕਿਆ। ਉਹ ਬੇਸ਼ੱਕ 40 ਸਾਲ ਦਾ ਹੋ ਗਏ 50 ਸਾਲ ਦੇ, ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਵਟ ਵੀ ਹੈਵ ਡਨ ਇਨ ਆਰ ਪਾਸਟ ਲਾਈਫ ਹੈ ਨਾ, ਉਹਨਾਂ ਨੂੰ ਰਿਅਲਾਈਜ਼ ਹੁੰਦਾ ਕਿ ਫਿਰ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ। ਸੋ ਸੋਸ਼ਲ ਸਰਵਿਸਿਜ਼ ਸ਼ੁੱਡ ਬੀ ਇਨ ਟੱਚ ਵਿਦ ਥੀਸ ਪੀਪਲ ਹੈ ਨਾ, ਕਿ ਜਿਹੜੇ 40 ਇਹ ਨਹੀਂ ਕਿ ਹੁਣ ਤੁਸੀਂ ਅਡਲਟ ਹੋ ਗਏ ਹੁਣ ਜਾਓ ਤੁਸੀਂ ਆਪਣੇ ਰਸਤੇ ਜਾਓ। ਬਿਲਕੁਲ ਦੇ ਸ਼ੁੱਡ ਬੀ ਇਨ ਟੱਚ ਵਿਦ ਦੈਮ ਕਿ ਤੁਸੀਂ ਆਪਣੇ ਐਕਸਪੀਰੀਅੰਸ ਨਾਲ ਬੇਸ਼ੱਕ ਬੁਰਾ ਤੁਹਾਡਾ ਐਕਸਪੀਰੀਅੰਸ ਹੋਇਆ ਤੁਹਾਡਾ ਚੰਗਾ ਪਲੀਜ਼ ਸ਼ੇਅਰ ਕਰੋ ਸਾਡੇ ਨਾਲ ਆ ਕੇ। ਓਕੇ ਓਕੇ ਮਧੂ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਤੁਹਾਡਾ। ਤੇ ਇਹ ਤੁਸੀਂ ਮਧੂ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ ਕਿਉਂਕਿ ਗੱਲਾਂ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ ਹੈਗੀਆਂ। ਜਿੱਦਾਂ ਮੈਂ ਗੱਲ ਸੀ ਕੀਤੀ ਜਿਹੜੇ ਸਕੈਂਡੀਨੇਵੀਅਨ ਕੰਟਰੀਜ਼ ਹੈਗੇ ਆ ਉੱਥੇ ਸੋਸ਼ਲ ਵਰਕਰਸ ਜਿਹੜੇ ਕਿ ਕੁਆਲੀਫਾਈਡ ਹੈ ਉੱਥੇ ਡਿਗਰੀ ਲੈਵਲ ਤੱਕ ਕੁਆਲੀਫਿਕੇਸ਼ਨ ਹੈ, ਈਵਨ ਮਾਸਟਰਸ ਤੱਕ ਯਾਨੀ ਕਿ ਦੇ ਹੈਵ ਟੂ ਕੁਆਲੀਫਾਈ, ਜਿਹੜੀ ਕਿ ਇੱਥੇ ਵੀ ਇਹਨਾਂ ਨੇ ਹੁਣ ਡਿਗਰੀ ਲੈਵਲ ਤੱਕ ਜਿਹੜੀ ਸੋਸ਼ਲ ਵਰਕ ਦੀ ਪੜ੍ਹਾਈ ਕਰਤੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹਾਂਜੀ ਹਾਂਜੀ, ਆਪਾਂ ਤੋਂ ਬਾਲੂਆਂ ਤੋਂ ਬੋਲਦੇ ਇੱਦਾਂ ਜੀ। ਹਾਂਜੀ, ਥੋੜ੍ਹਾ ਉੱਚੀ ਗੱਲ ਕਰੋ ਭਾਅ ਜੀ। ਹਾਂਜੀ ਇੱਕ ਮਿੰਟ। ਹਾਂਜੀ ਸੁਣੀ ਆਵਾਜ਼? ਹਾਂਜੀ 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 ਭਾਜੀ, ਆਪਣੇ ਆਪ ਪ੍ਰੋਗਰਾਮ ਚੱਲਦਾ ਨਿਆਣਿਆਂ ਨਾਲ ਜਿੱਦਾਂ ਬੱਚਿਆਂ ਦਾ। ਹਾਂਜੀ ਹਾਂਜੀ, ਆਪਾਂ ਆਫਰ ਹੀ ਰਹੇ ਤੁਸੀਂ ਯਾਨੀ ਕਿ ਸਾਰੀ ਦੁਨੀਆ ਤੁਹਾਨੂੰ ਸੁਣ ਰਹੀ ਹੈ, ਥੋੜ੍ਹਾ ਜਿਹਾ ਉੱਚੀ ਬੋਲੋ ਨਾਲ ਟੈਲੀਫੋਨ ਦੇ ਕੋਲ ਮੂੰਹ ਕਰਕੇ। ਜਿਹੜੀਆਂ ਆਵਾਜ਼ ਖੋਲ੍ਹਦੇ ਗਈਆਂ ਮੁੜ ਕੇ ਨਹੀਂ ਆਉਂਦੀਆਂ, ਨਿਆਣਾ ਨਾਲ ਲੈ ਜਾਂਦੀਆਂ। ਹਾਂਜੀ, ਝੂਠ ਬੋਲ ਕੇ ਦੱਸਦੀਆਂ ਵੀ ਝੂਠ ਇਹਦੇ ਬਿਹੇਵੀਅਰ ਗਲਤ ਆ। 14 ਸਾਲਾਂ ਬਾਅਦ ਉਹਦਾ ਕੀ ਹਾਲ ਹੋਣਾ ਚਾਹੀਦਾ? ਮੇਰੀ ਸੈਕਿੰਡ ਮੈਰਿਜ ਆ। ਤੁਸੀਂ ਭਾਜੀ ਥੋੜਾ ਕੋਲ, ਤੁਹਾਡੀ ਆਵਾਜ਼ ਬੜੀ ਥੋੜੀ ਬਹੁਤ ਹਲਕੀ ਆ ਰਹੀ, ਮੱਧਮ ਆ ਰਹੀ ਹੈ। ਭਾਜੀ ਮੈਂ ਟੈਲੀ ਤੋਂ ਬਹੁਤ ਦੂਰ ਬੈਠਾ, ਟੈਲੀ ਬੰਦ ਆ। ਨਹੀਂ ਟੈਲੀਫੋਨ ਜਾਨ ਕੇ ਤੁਹਾਡੀ ਜਿਹੜੀ ਆਵਾਜ਼ ਹੈ ਨਾ ਬਹੁਤ ਮੱਧਮ ਆ ਰਹੀ ਹੈ। ਟੈਲੀਫੋਨ ਆਪਣੇ ਕੋਲ ਜਾਨ ਕੇ ਮੂੰਹ ਦੇ ਕੋਲ ਕਰਕੇ ਗੱਲ ਕਰੋ, ਥੋੜਾ ਉੱਚੀ ਮੂੰਹ ਦੇ ਕੋਲ। ਹਾਂਜੀ ਕੋਈ ਨਹੀਂ, ਮੇਰੇ ਖਿਆਲ ਭਾਜੀ ਉਹਨਾਂ ਦੀ ਗੱਲ ਬੜੀ ਵਧੀਆ ਕਰ ਰਹੇ ਸੀਗੇ, ਉਹਨਾਂ ਦੀ ਲਾਈਨ ਡਰੋਪ ਹੋ ਗਈ। ਤੁਸੀਂ ਭਾਜੀ ਇੱਕ ਵਾਰੀ ਫੇਰ ਕੋਸ਼ਿਸ਼ ਕਰੋ, ਤੁਹਾਡੀ ਆਵਾਜ਼ ਮੈਨੂੰ ਬਹੁਤ ਘੱਟ ਸੀ ਸੁਣਾਈ ਦੇ ਰਹੀ। ਜਿਸ ਤਰ੍ਹਾਂ ਮੈਂ ਅਸੀਂ ਗੱਲ ਕਰ ਰਿਹਾ ਵੀ ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚ ਉਹਨਾਂ ਨੇ ਜਿਹੜਾ ਚਾਈਲਡ ਕੇਅਰ ਦਾ ਜਿੰਨਾ ਵੀ ਸਿਲਸਿਲਾ ਹੈਗਾ ਉਹਨੂੰ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਗੁਰਦੇਵ ਜੀ, ਮੈਂ ਗੁਰਬਚਨ ਬੋਲਦਾ ਤੁਹਾਡਾ ਚੇਲਾ। ਹਾਂਜੀ, ਕੀ ਕਹਿਣਾ ਚਾਹੋਗੇ? ਠੀਕ ਹੋ? हाँ मैं बिल्कुल ठीक है। तो वाकई जब तक कन्या केयर करो ना बच्चे एकदम लवारस हो जाते हैं। इंडिया पता है कोई गली इंडिया की गल दसा कि बच्चा गली च खड़ा होंदा सी ना ते वो डरदा सी, अंकल पे लंघदा कोई भी होया उन्होंने अंकल कह के कहंदे सी, मैं वो डरदे कोई गलत काम नहीं करते सी। अच्छा जे बच्चे को गलत काम करते भी होना ते अंकल लंघदा होवे ते उन्होंने एक चंड मार के उन्होंने सुधारदा सी ते मां ओदी कहंदी सी 2 चंडा होर मारो तां जे ये बिगड़िया ठीक हो जाए। लेकिन इत्थे ते तुसीं बच्चे नूं टच भी नहीं कर सकते हो। अगर बच्चों को थोड़ा जिहा जरा पुशअप दिओ ना तो इन्हां च बड़ा दिमाग हुंदा है। ये बड़ियां बड़ियां चीज़ां तुहाडे वास्ते चंगियां कट सकदे हैं और चंगे रस्ते पै सकदे हैं। लेकिन अगर छड्ड दिओ ढिला तो दूजे पास चल जांदे। मैं चंगे दसां, एक बच्चा सी ना छोटा जिहा ते वो अपनी टॉयलेट की सीट ते बैठा सी ते अपने सिर ते हथ मारी जाए, मम इज नॉट वर्किंग, सिर ते जोर जोर हथ मारी जाए कहे मम इज नॉट वर्किंग। ते मां पूछण लगी की नहीं वर्क कर रहा ते मां नूं फिर कह सिर ते हथ मार कहंदा इट्स नॉट वर्किंग। मम पूछा भी की नहीं वर्क ते मम नूं कहंदा अगर टमाटो कैचअप बॉटल लैके पुट्ठी करो ना पीछे हिट करो इट कम्स आउट। सो कहंदा पा कि बच्चे वाच करदे हर चीज की हो रहा ते दे कैन डू वेरी वैल कि बच्चों नूं जद तक थापड़ी नाल दे के उन्हां नूं दूजा ते साडी कदे डिग्रेड ना करो बच्चे नूं।
हमेशा कहो तू तो बड़ा इंटैलीजेंट है, यू आर नाइस, ਉਹਨੂੰ ਪੁਸ਼ ਅਪ ਕਰਕੇ ਉੱਤੇ ਲੈ ਜਾਣ ਦੀ ਕੋਸ਼ਿਸ਼ ਕਰੋ, ਕਦੇ ਨਾ ਕਰੋ ਦੱਸ ਤੂੰ ਕੱਪੜੇ ਕੀ ਪਾਏ ਗੰਦੇ, ਤੂੰ ਬੋਲਦਾ ਕਿਸ ਤਰ੍ਹਾਂ ਹੋਏ, ਤੈਨੂੰ ਤਮੀਜ਼ ਨਹੀਂ ਹੈ। ਉਹ ਬੱਚਾ ਇੰਨਾ ਡਿਗਰੇਡ ਹੈ, ਉਹ ਪੇਰੈਂਟ ਦੇ ਕੋਲ ਆ ਕੇ ਬੈਠੇਗਾ ਨਹੀਂ। ਇੱਕ ਦਫਾ ਇੱਕ ਦਾ ਡੈਡੀ ਅਖਬਾਰ ਪੜ੍ਹ ਰਿਹਾ ਸੀ, ਉਹ ਪੜ੍ਹ ਰਿਹਾ ਸੀ ਤੇ ਬੱਚਾ ਆ ਕੇ ਕੋਲ ਤੰਗ ਕਰਨ ਲੱਗ ਪਿਆ। ਉਹ ਬੱਚਾ ਬੜਾ ਇੰਟੈਲੀਜੈਂਟ ਸੀ ਤੇ ਉਹਨੇ ਅਖਬਾਰ ਇੱਕ ਲੈ ਕੇ ਨਾ ਪਾੜ ਕੇ ਨਾ ਫਾਦਰ ਨੇ ਦੋ ਚਾਰ ਟੋਟੇ ਕਰਕੇ ਤੇ ਉਹਨੂੰ ਦੇ ਦਿੱਤੇ ਆਪਣੇ ਬੱਚੇ ਨੂੰ, ਕੁੜੀ ਨੂੰ, ਜਾਂ ਬੱਚਾ ਇਹਨੂੰ ਜੋੜ ਕੇ ਲਿਆ। ਉਹਨੇ ਸੋਚਿਆ ਬਈ ਇਹ ਹੁਣ ਜੋੜ ਨਹੀਂ ਸਕਦੀ, ਅਖਬਾਰ ਕਿਸ ਤਰ੍ਹਾਂ ਜੋੜੇਗੀ। ਉਹ 5 ਮਿੰਟ 'ਚ ਜੋੜ ਕੇ ਲਿਆਈ ਤੇ ਉਹ ਪਿਓ ਹੈਰਾਨ ਹੋ ਗਿਆ, ਤੂੰ ਕਿਸ ਤਰ੍ਹਾਂ ਜੋੜ ਲਿਆ? ਕਹਿੰਦੀ ਪੁੱਠੇ ਪਾਸੇ ਇੱਕ ਐਕਟਰੈਸ ਦੀ ਫੋਟੋ ਸੀ, ਮੈਂ ਉਹ ਫੋਟੋ ਕੱਢ ਕੇ ਇੱਕਦਮ ਅੱਖਾਂ ਵੀ ਲਾ ਲੀਆਂ, ਬਾਜ਼ੂ ਵੀ ਲਾ ਲਿਆ ਤੇ ਦੂਜਾ ਕਰਤਾਫ ਵੀ ਲਾ ਲਿਆ ਤੇ ਮੈਂ ਫੋਟੋ ਬਣਾ ਲਈ। ਕਹਿੰਦਾ ਭਾਵੇਂ ਕਿ ਬੱਚੇ ਹਰ ਚੀਜ਼ ਕਰ ਸਕਦੇ ਨੇ, ਸਿਰਫ ਇਹਨਾਂ ਨੂੰ ਅਸੀਂ ਪੁੱਛ, ਕਿਉਂਕਿ ਮੋਲਡ ਕਰਦੇ ਜਿੱਦ ਮਰਜ਼ੀ ਲੈ ਜਾਓ। ਸੋ ਚੀਜ਼ਾਂ ਮੇਰੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ, ਲੇਕਿਨ ਕਿਉਂਕਿ ਕਿ ਅਸੀਂ ਇੱਕ ਦਫਾ ਕਾਰ 'ਚ ਬੰਦਾ ਜਾਂਦਾ ਪਿਆ ਸੀ ਤੇ ਪਿੱਛੇ ਮੁੰਡਾ ਬੈਠਾ ਸੀ ਤੇ ਮੋਟਰਵੇ ਤੇ ਇੱਕ ਕਾਰ ਨੇ ਓਵਰਟੇਕ ਕੀਤਾ ਤੇ ਬੱਚਾ ਕਹਿੰਦਾ ਡੈਡੀ ਡੈਡੀ ਇਹਨੇ ਓਵਰਟੇਕ ਕਰ ਲਿਆ। ਕਹਿੰਦਾ ਇਹ ਮਰਸੀਡੀਜ਼ ਨਵੀਂ ਕਾਰ ਹੈ, ਕੋਈ ਡਰ ਨਹੀਂ ਤੇ ਸਾਡੀ ਪੁਰਾਣੀ। ਤੇ ਇੱਕ ਹੋਰ ਨੇ ਕਿਹਾ, ਫਿਰ ਉਹਨੇ ਕਿਹਾ ਦੇਖੋ ਇੱਕ, ਉਹ ਕਹਿੰਦਾ ਨਹੀਂ ਇਹ ਵਧੀਆ ਕਾਰ ਹੈ। ਘਰ ਆ ਕੇ ਕਹਿੰਦਾ ਮੈਨੂੰ ਹਮੇਸ਼ਾ ਝਾੜ ਦਿਓ, ਇਹ ਦਾਲਾ ਗੁਆਂਢੀ ਮੁੰਡਾ ਤੇਰਾ ਇਹ ਕਰਦਾ ਪਿਆ ਗੁਆਂਢੀ। ਇਸ ਤਰ੍ਹਾਂ ਹੀ ਹਰ ਆਦਮੀ ਨਾਲ ਡਿਫਰੈਂਟ ਹੁੰਦਾ ਬੱਚਾ, ਹਰ ਤੁਸੀਂ ਬਰਾਬਰ ਨਹੀਂ ਕਰ ਸਕਦੇ ਹੋ। ਹਮੇਸ਼ਾ ਕੋਸ਼ਿਸ਼ ਕਰੋ, ਉਹਨਾਂ ਨੂੰ ਕਹੋ ਤੂੰ ਬੱਚਾ ਬੜਾ ਲੈ ਕੇ ਯੂ ਕੈਨ ਡੂ ਇਟ, ਵਾਈ ਨਾਟ, ਮੈਨੂੰ ਪਤਾ ਆਈ ਕੈਨ ਡੂ ਇਟ। ਬਸ ਦੇਖੋ ਬੱਚਾ ਕਿਸ ਤਰ੍ਹਾਂ ਕਾਮਯਾਬ। ਤੇ ਜੂਸ਼ ਬੰਦੇ ਜਿਹੜੇ ਹੁੰਦੇ ਨਾ, ਇਹ ਬੱਚੇ ਨੂੰ ਕਿਸ ਤਰ੍ਹਾਂ ਟ੍ਰੇਨ ਕਰਦੇ ਨੇ, ਇਹਨੂੰ ਟੇਬਲ ਤੇ ਖੜਾ ਕਰਦੇ ਨੇ ਤੇ ਅੱਗੇ ਹੱਥ ਦੋ ਖੜੇ ਕਰਕੇ ਨਾ ਤੇ ਕਹਿੰਦੇ ਛਾਲ ਮਾਰ। ਬੱਚਾ ਜਦੋਂ ਛਾਲ ਮਾਰਦਾ ਤੇ ਇਹ ਹੱਥ ਜਿਹੜਾ ਪਿੱਛੇ ਕਰ ਲੈਂਦੇ ਨੇ ਤੇ ਠਾਹ ਥੱਲੇ ਗਿਰਦਾ ਤੇ ਜੂਸ਼ ਕਹਿੰਦੇ ਬੇਟਾ ਕਿਸੇ ਤੇ ਇਤਬਾਰ ਨਹੀਂ ਕਰਨਾ, ਆਪਣੀ ਸ਼ਕਤੀ ਦੇ ਉੱਤੇ ਲੜਨਾ। ਥੈਂਕ ਯੂ ਵੈਰੀ ਮਚ। ਗੱਲ ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਗੁਰਬਚਨ ਹੋਣੀ ਮਾਨਚੈਸਟਰ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੈ। ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਨੰਬਰ ਸਾਡਾ 0300 770 2246 ਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ 0044 ਨੰਬਰ ਪਹਿਲਾਂ ਯਾਨੀ ਕਿ ਲਾਉਣਾ ਪਊਗਾ। ਜਿਸ ਤਰ੍ਹਾਂ ਮੈਂ ਗੱਲ ਸੀ ਕਰ ਰਿਹਾ ਜੇ ਵੀ ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚ ਪੈਡਾਗੋਗਸ ਯਾਨੀ ਕਿ ਹੁੰਦੇ ਹੈ ਤੇ ਉਹ ਕੰਮ ਕਰਦੇ ਹੈਗੇ ਸੋਸ਼ਲ ਵਰਕਰਸ ਦੇ ਨਾਲ, ਪੁਲਿਸ ਦੇ ਨਾਲ ਅਤੇ ਹੈਲਥ ਵਰਕਰਸ ਦੇ ਨਾਲ, ਤੇ ਤਾਂ ਕਿ ਯਾਨੀ ਕਿ ਜਿਹੜਾ ਬੱਚਾ ਹੈਗਾ ਉਹਦੀ ਚੰਗੀ ਤਰ੍ਹਾਂ ਪ੍ਰਫੁੱਲਤ ਯਾਨੀ ਕਿ ਹੋ ਸਕੇ, ਉਹਦੀ ਸ਼ਖਸੀਅਤ ਜਿਹੜੀ ਹੈਗੀ ਆ ਉਹ ਵਧੀਆ ਬਣ ਸਕੇ। ਅਜੇ ਯਾਨੀ ਕਿ ਸਾਡੇ ਇੱਥੇ ਪੈਡਾਗੋਗੀ ਜਿਹੜੀ ਹੈਗੀ ਹੈ ਸਟਾਰਟ ਨਹੀਂ ਹੋਈ ਹੈ ਬਰਤਾਨੀਆ ਦੇ ਵਿੱਚ, ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਆ। ਅਤੇ ਇਸੇ ਕਰਕੇ ਜਿਹੜਾ ਉੱਥੇ ਐਜੂਕੇਸ਼ਨ ਰੇਟ ਯਾਨੀ ਕਿ ਇਹਨਾਂ ਬੱਚਿਆਂ ਦਾ ਹੈਗਾ 97% ਤੋਂ ਵੀ ਉੱਪਰ ਯਾਨੀ ਕਿ ਜਿਹੜੇ ਬੱਚੇ ਹੈਗੇ ਆ ਇਹਨਾਂ ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚ ਉਹ ਯੂਨੀਵਰਸਿਟੀ ਤੱਕ ਜਾਂਦੇ ਹੈਗੇ ਆ, ਜਦੋਂ ਕਿ ਇੱਥੇ ਬਰਤਾਨੀਆ ਵਿੱਚ ਜਿਹੜੇ ਬੱਚੇ ਕੇਅਰ ਵਿੱਚ ਹੁੰਦੇ ਹੈ ਉਹਨਾਂ ਵਿੱਚੋਂ ਲੈਸ ਦੈਨ 3% ਜਿਹੜੇ ਬੱਚੇ ਹੈਗੇ ਆ ਉਹ ਜਿਹੜੀ ਆ ਡਿਗਰੀ ਲੈਵਲ ਤੱਕ ਪਹੁੰਚਦੇ ਹੈਗੇ ਆ। ਸ਼ਾਇਦ ਥੋੜ੍ਹਾ ਬਹੁਤ ਕੁਛ ਪਰਸੈਂਟੇਜ ਦਾ ਥੋੜ੍ਹਾ ਬਹੁਤ ਮਾੜਾ ਮੋਟਾ ਕੋਈ ਫਰਕ ਹੋਵੇ, ਪਰ ਇਹ ਦੀਜ਼ ਆਰ ਦੀ ਫੈਕਸ਼ਨ ਫਿਗਰਸ ਵਿਚ ਆਈ ਨਿਊ। ਅਤੇ ਜਿਹੜੀ ਗੱਲ ਮੈਂ ਪਹਿਲਾਂ ਵੀ ਸੀ ਕਰ ਰਿਹਾ, ਜਿਹੜੀ ਸ਼ਰਨਜੀਤ ਭੈਣ ਜੀ ਉਹਨਾਂ ਨੇ ਗੱਲ ਕੀਤੀ, ਜਿਹੜੇ ਕੁਆਲੀਫਾਈਡ ਸੋਸ਼ਲ ਵਰਕਰਸ ਹੈਗੇ ਆ ਉਹ ਚਾਈਲਡ ਪ੍ਰੋਟੈਕਸ਼ਨ ਦੇ ਕੇਸਿਸ ਨੂੰ ਡੀਲ ਕਰਦੇ ਹੈਗੇ, ਪਰ ਜਿਹੜੇ ਬੱਚੇ ਜਿਹੜੇ ਕੇਅਰ ਵਿੱਚ ਹੁੰਦੇ ਹੈਗੇ ਆ ਪ੍ਰਾਈਵੇਟ ਜਿਹੜੇ ਅਦਾਰਿਆਂ ਵਿੱਚ ਜਿਹੜੇ ਬੱਚੇ ਕੇਅਰ ਵਿੱਚ ਹੈਗੇ ਆ, ਜਾਣੀ ਕਿ ਜਾਂ ਸਰਕਾਰੀ ਚਿਲਡਰਨਸ ਹੋਮਸ ਦੇ ਵਿੱਚ ਜਿਹੜੇ ਬੱਚੇ ਹੈਗੇ ਉੱਥੇ ਮੈਜੋਰਟੀ ਜਿਹੜੇ ਸੋਸ਼ਲ ਵਰਕਰਸ ਆ ਉਹ ਅਨਕੁਆਲੀਫਾਈਡ ਹੈ। ਅਤੇ ਕਈ ਵਾਰੀ ਮੈਨੂੰ ਇਹ ਵੀ ਲੱਗਦਾ ਹੈ ਵੀ ਜਿਹੜੇ ਇੰਨਾ ਪੈਸਾ ਅਸੀਂ ਖਰਚ ਕਰਦੇ ਹੈਗੇ ਅਤੇ ਉਹਨਾਂ ਨੂੰ ਅਸੀਂ ਗੁੱਡ ਸਿਟੀਜ਼ਨ ਕਿੰਨਾ ਕੁ ਬਣਾਇਆ ਹੈਗਾ ਜਿਹੜੇ ਬੱਚੇ ਸਾਡੀ ਲੋਕਲ ਅਥਾਰਟੀ ਦੀ ਕੇਅਰ ਵਿੱਚ ਹੈਗੀ ਆ। ਜਿੱਥੋਂ ਤੱਕ ਆਪਣੇ ਮੁਲਕਾਂ ਦੀ ਗੱਲ ਹੈਗੀ ਆ ਉੱਥੇ ਤਾਂ ਸਾਡਾ ਆਦਮੀ ਨਿਰਾਲਾ ਹੈਗਾ, ਚਾਹੇ ਉਹ ਪਾਕਿਸਤਾਨ ਦੀ ਗੱਲ ਹੈ, ਚਾਹੇ ਇੰਡੀਆ ਦੀ ਗੱਲ ਹੈ, ਚਾਹੇ ਬੰਗਲਾਦੇਸ਼ ਦੀ ਗੱਲ ਹੈ, ਉੱਥੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਸੋਸ਼ਲ ਸਰਵਿਸ ਕੀ ਹੁੰਦੀ ਹੈਗੀ ਆ। ਅਤੇ ਉਹ ਯਾਨੀ ਕਿ ਜਿਹੜਾ ਮਾੜਾ ਮੋਟਾ ਕੰਮ ਹੋ ਵੀ ਉੱਥੇ ਰਿਹਾ ਹੈਗਾ ਉਹ ਕੰਮ ਜਿਹੜਾ ਹੈਗਾ ਉਹ ਐਜ਼ ਏ ਵਲੰਟੀਅਰ ਯਾਨੀ ਕਿ ਹੋ ਰਿਹਾ ਹੈਗਾ। ਅਤੇ ਜਿਸ ਤਰ੍ਹਾਂ ਅੱਜ ਵੀ ਸਵੇਰੇ ਮੈਂ ਜਿਹੜੀ ਸੀਗੀ ਰੇਡੀਓ 5 'ਤੇ ਰਿਪੋਰਟ ਸੀ ਸੁਣ ਰਿਹਾ, ਇੰਡੀਆ ਤੋਂ ਇੱਕ ਜਿਹੜਾ ਸੰਵਾਦਦਾਤਾ ਸੀਗਾ, ਇੰਡੀਆ ਤੋਂ ਜਿਹੜਾ ਰਿਪੋਰਟਰ ਸੀ ਉਹ ਗੱਲ ਦੱਸ ਰਿਹਾ ਸੀਗਾ ਕਿ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਉਹ ਇਸ हेलो जी, कौन थे जी, कितने बोलते हैं? वेलकम है जी, मैं अर्चना बोल रही हूँ। हाँ जी अर्चना जी, की कहना चाहोगे? ये आपका जो टॉपिक है बहुत अच्छा है। जैसे लास्ट वीक आपने रखा था तो उसमें मुझे टाइम नहीं मिल सका, मैं बात नहीं कर सकी, तो पर ये उससे रेलेवेंट लगता है। पर ये जो बच्चे केयर में आते हैं वो क्यों आते हैं? मैंने भी स्कूल में काम किया है। कई पेरेंट्स जो है वहाँ पर बच्चा हमारे वहाँ पर आया स्कूल में, तो जब क्योंकि मैं जिस बच्चे था उसको स्पेशल स्कूल था, बच्चों को बस लेके जाती है घरों में, सारे बच्चे जाते हैं गाइड के साथ। जब बच्चा अपने घर गया तो गाइड ने देखा उसके माँ तो है ही नहीं वहाँ, हाँ जी, और बच्चे को वापस ले आए। यही हमारी पॉलिसी कि अगर बच्चा के माँ बाप घर पे नहीं है तो हम अपने उस बच्चे को अपने स्कूल वापस ले आते हैं। लेकर आए तो उन्होंने फिर क्या किया, हमारे हेड टीचर ने सोचा कि अब क्या किया, उनके पड़ोसी जो थे उनके घर में वो बच्चा दे दिया गया।
जब बच्चा वहाँ दे दिया गया तो नेक्स्ट डे फिर वो बच्चा आया, तो जब उसको वापस घर छोड़ने गए तो वहाँ पर उसके पेरेंट्स, माँ जो थी वो नहीं थी। तो इस बार हमारे हेड टीचर ने उसको जो सोशल सर्विस वालों से कांटेक्ट किया और उस बच्चे को केयर में भेज दिया। तो नेक्स्ट डे वो केयर से वहाँ से ही बच्चा आया और उसको फिर वापस ले गया माँ ने। चौथे दिन माँ आई तो जब उससे पूछा गया भी आप 3 दिन घर पे नहीं थी, कोई इन्फॉर्मेशन नहीं दी, तो अब तो बच्चा केयर में चल गया। वो कहती वो अपने बॉयफ्रेंड के साथ कहीं गई हुई थी, वो आ नहीं सकी वहां से। यानी ये रीजन है कि बच्चे को परवरिश, बच्चा इतना प्यारा बच्चा, अगर आप क्योंकि मैंने तो वहाँ काम किया है, इतना प्यारा बच्चा था वो, जिसके बारे में आपको कैसे थे। पर इस कारण से जब बच्चे की परवरिश माँ बाप नहीं कर सकते, जो इनकी अपनी एंटरटेनमेंट अपनी सब देखते हैं, और वो बच्चे केयर में जाते हैं। जो बच्चे फोस्टिंग में चले गए बहुत अच्छे हैं पेरेंट्स के कारण, उनको कोई एक अच्छा परिवार मिल गया, वहाँ चले गए, या किसी अडॉप्शन कर ली मिल गया, जैसे कि प्रोग्राम दिखाए जाते टीवी में बहुत अच्छे लगते हैं कि बच्चे बड़े हुए, अच्छे बन गए, माँ बाप से बाद में जाके मिले, तो वो अच्छा लगता। पर जो बच्चे केयर में जाते हैं, जो अभी पीछे हालात हुए कि लड़कियों के साथ रेप किया गया, वो बच्चों के साथ रेप किया जो पहले ही बेचारे दुखी थे। बिल्कुल बिल्कुल। तो उन बच्चों का सोचो जिनके साथ इतना हुआ, वो बच्चे वहां क्यों गए, क्या रीजन था? एक तो कई बच्चों को उनके माँ बाप जो बाप थे उन्होंने उनको रेप किया, या रिश्तेदारों ने किया, या किसी भी कारण से वहां गए तो है ना। उसके बाद वहां के जो लोग हैं जो वहां काम कर रहे हैं, वहां पर तो बच्चों को सेफ होना चाहिए था। अगर उनको अच्छी परवरिश हो रही है, जैसे कि अभी पीछे किसी ने कहा कि बहुत अच्छी तरह देखते हैं, लुक आफ्टर बहुत अच्छे उनका कैरियर देखते हैं, पर अगर ये देखते थे तो वहां ये सब कुछ क्यों हुआ? बिल्कुल बिल्कुल। मैं उनसे क्वेश्चन करती हूँ जो अभी आके बोल के गई कि मैं सोशल वर्क में काम किया था, ये है वो है, पर मैं पूछती हूँ वो तो लेटेस्ट न्यूज है ना, 10 साल पहले की नहीं है। उन बच्चों के साथ ये क्यों हुआ? क्योंकि वहाँ के जो वर्कर हैं वो पूरे वेल क्वालिफाइड नहीं होंगे, और अगर होंगे तो उन पर कोई निगरानी रखने वाला है नहीं। ओके अर्चना जी, थैंक यू अर्चना जी, बहुत मेहरबानी। अर्चना हुणां ने बहुत ही वैलिड क्वेश्चन ਜਿਹੜੇ ਹੈਗੇ ਆ ਉਹ ਰੇਜ਼ ਕੀਤੀ ਹੈ, ਕਿਉਂਕਿ ਮੈਂ ਬਹੁਤ ਸਾਰੇ ਕੇਸਿਸ ਨੂੰ ਜਾਣਦਾ ਜਿੱਥੇ ਕਿ ਟੀਚਰਸ ਨੇ, ਹੈਡ ਟੀਚਰਸ ਨੇ, ਪੁਲਿਸ ਨੇ, ਹੈਡ ਆਫ ਜਿਹੜਾ ਸੀਗਾ ਚਿਲਡਰਨਸ ਡਿਪਾਰਟਮੈਂਟ ਦੇ ਬੰਦਿਆਂ ਨੇ ਵੀ ਚਾਈਲਡ ਅਬਿਊਜ਼ ਜਾਣੀ ਕਿ ਕੇਸਿਸ ਜਾਣੀ ਕਿ ਕੀਤੇ ਹੈਗੇ ਆ। ਸੋ ਪੀਡੋਫਾਈਲ ਜਾਣੀ ਕਿ ਆਰ ਐਵਰੀਵੇਅਰ ਇਨ ਐਂਡ ਯੂ ਕੈਨ ਫਾਈਂਡ ਦੈਮ ਐਨੀ ਪਲੇਸ। ਅਤੇ ਉਹ ਬੱਚੇ ਜਾਣੀ ਕਿ ਪਹਿਲਾਂ ਹੀ ਦੁੱਖ ਦੇ ਮਾਰੇ ਹੁੰਦੇ ਹੈ। ਤੁਸੀਂ ਵੀ ਟੈਲੀਫੋਨ ਕਾਲਸ ਜਿਹੜਾ ਹੈਗਾ ਸਾਨੂੰ ਕਰ ਸਕਦੇ ਹੋ 0300 770 2246, ਕਿਉਂਕਿ ਇਹਨਾਂ ਬੱਚਿਆਂ ਦਾ ਜਾਣੀ ਕਿ ਜੇ ਅਸੀਂ ਲੁੱਕ ਆਊਟ ਨਹੀਂ ਕਰੇ ਤਾਂ ਸਾਨੂੰ ਫਿਰ ਉਹਦਾ ਹਰਜਾਨਾ ਸਾਨੂੰ ਦੇਣਾ ਪੈਂਦਾ ਹੈਗਾ, ਕਿਉਂਕਿ ਇਹ ਬੱਚੇ ਫਿਰ ਕ੍ਰਾਈਮ ਵਿੱਚ ਫਸ ਜਾਂਦੇ ਆ, ਗੈਂਗਸ ਵਿੱਚ ਫਸ ਜਾਂਦੇ ਆ, ਡਰੱਗਸ ਵਿੱਚ ਫਸ ਜਾਂਦੇ ਹੈਗੇ, ਪ੍ਰੋਸਟੀਟਿਊਸ਼ਨ ਦੇ ਵਿੱਚ ਫਸ ਜਾਂਦੇ ਹੈਗੇ, ਅਤੇ ਉਹ ਫਿਰ ਕ੍ਰਾਈਮ ਜਿਹੜਾ ਵੱਧਦਾ ਹੈਗਾ ਤਾਂ ਉਹਦਾ ਫਿਰ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹਾਂਜੀ ਹਰੀਸ਼ ਜੀ, ਮੈਂ ਡਾਕਟਰ ਗੁਰਨਾਮ ਸਿੰਘ ਬੋਲਦਾ। ਗੁਰਨਾਮ ਸਿੰਘ ਜੀ, ਕੀ ਕਹਿਣਾ ਚਾਹੋਗੇ? ਬਸ ਤੁਹਾਡਾ ਧੰਨਵਾਦ, ਤੁਸੀਂ ਬਹੁਤ ਇੱਕ ਅਹਿਮ ਸਬਜੈਕਟ ਲਿਆਂਦਾ, ਇਹ ਬਹੁਤ ਵੱਡਾ ਸਬਜੈਕਟ ਆ। ਮੈਂ ਹੈ ਨਾ ਇੱਕ ਗੱਲ ਕਹਾਂਗਾ ਕਿ ਅਸੀਂ ਸੋਸ਼ਲ ਸਰਵਿਸ ਦੇ ਵਿੱਚ 19 early 80s ਤੋਂ ਹੀ ਆ। ਹਾਂਜੀ, ਉਦੋਂ ਆਪਣੇ ਬਲੈਕ ਸੋਸ਼ਲ ਵਰਕਰ ਤਾਂ ਹੁੰਦੇ ਨਹੀਂ ਸੀਗੇ। ਮੈਂ ਵੀ 84 ਤੋਂ ਹੀ ਆ ਜੀ। ਸਾਨੂੰ ਉਦੋਂ ਵੱਡੀ ਮੁਸੀਬਤ ਇਹ ਸੀ ਹਰੀਸ਼ ਵੀ ਜਿਹੜੇ ਨਾ ਫੋਸਟਰ ਅਡੋਪਸ਼ਨ ਦੇ ਵਿੱਚ ਸਾਡੇ ਕਮਿਊਨਿਟੀ ਨਹੀਂ ਆਉਂਦੀ ਸੀ ਅੱਗੇ। ਬਿਲਕੁਲ ਬਿਲਕੁਲ ਸਮਝਦੇ ਸੀ। ਉਦੋਂ ਫਿਰ ਜਿਹੜੇ ਬੱਚੇ ਆਉਂਦੇ ਸੀ ਤਾਂ ਉਹ ਗੋਰਿਆਂ ਦੇ ਨਾਲ ਪਲੇਸਮੈਂਟ ਹੋ ਜਾਂਦੀ ਸੀ। ਉੱਥੇ ਵੀ ਗੋਰੇ, ਤੁਹਾਨੂੰ ਪਤਾ, ਉਹਨਾਂ ਨੇ ਆਪਣੀਆਂ ਆਦਤਾਂ, ਆਪਣੀ ਬੋਲੀ, ਆਪਣਾ, ਉਹ ਤੋਂ ਬੱਚੇ ਕੰਫਿਊਜ਼ ਹੋ ਜਾਂਦੇ ਸੀਗੇ। ਤੇ ਤੁਹਾਨੂੰ ਪਤਾ ਆਇਡੈਂਟੀ ਕ੍ਰਾਈਸਿਸ ਹੋ ਜਾਂਦੀ ਸੀਗੀ। ਕਸੂਰ ਆਪਣੀ ਕਮਿਊਨਿਟੀ ਦਾ ਸੀ ਕਰਕੇ ਆਪਣੀ ਕਮਿਊਨਿਟੀ ਵਾਲੇ ਅੱਗੇ ਆਉਂਦੇ ਹੀ ਨਹੀਂ ਸੀਗੇ। ਹੁਣ ਤਾਂ ਚਲੋ ਹੁਣ ਤਬਦੀਲੀ ਆ ਗਈ, ਐਟੀਟਿਊਡਸ ਚੇਂਜ ਹੋ ਗਈਆਂ। ਪਰ ਮੈਂ ਕਈ ਵਾਰੀ ਸਮਝਦਾ ਨਾ, ਜਦੋਂ ਕਿਸੇ ਕਮਿਊਨਿਟੀ ਦੇ ਵਿੱਚ ਕੋਈ ਐਸੀ ਦਿੱਕਤ ਆ ਜਾਵੇ, ਕੋਈ ਪਰਿਵਾਰ ਦੇ ਵਿੱਚ ਜਾਂ ਕੋਈ ਬੱਚਾ ਬਾਗੀ ਹੋ ਜਾਵੇ, ਤੇ ਅਸੀਂ ਉਹਨੂੰ ਸਟਿਗਮਾ ਕਰ ਦਿੰਦੇ ਹਾਂ। ਅਸੀਂ ਕਹਿੰਦੇ ਜਦੋਂ ਕੋਈ ਬਿਮਾਰੀ ਪਰੇ ਰਵੇ। ਸਾਨੂੰ ਇਹ ਗੋਰੇ ਸਮੋ ਇਹਨਾਂ ਤੋਂ ਆਪਾਂ ਸਿੱਖਣਾ ਚਾਹੀਦਾ। ਇਹਨਾਂ ਨੇ ਕਿੰਨੇ ਵਧੀਆ ਸੋਸ਼ਲ ਸਰਵਿਸਿਸ ਬਣਾਏ ਆ, ਤੇ ਇਹਦਾ ਹੱਲ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਕੀ ਹੋਊਗਾ, ਕਿਉਂਕਿ ਬਹੁਤੇ ਹੁਣ ਅੱਜ ਕੱਲ੍ਹ ਪੈਸਿਆਂ ਦਾ ਵੀ ਲਾਲਚ ਹੋ ਗਿਆ। ਹਾਂਜੀ, ਔਰ ਤੁਹਾਨੂੰ ਪਤਾ ਜਦੋਂ ਅਸੈਸ ਕਰਦੇ ਹੁੰਦੇ ਸੀਗੇ ਹੂ ਇਜ਼ ਸੂਟੇਬਲ ਟੂ ਬੀ ਅ ਫੋਸਟਰ ਕੇਅਰਰ, ਅਸੀਂ ਇਹ ਸੋਚਦੇ ਵੀ ਕਦੇ ਮਾਇਆਧਾਰੀ ਤਾਂ ਨਹੀਂ, ਕਦੇ ਪੈਸਿਆਂ ਦਾ ਲਾਲਚ, ਕਿਉਂਕਿ ਉਦੋਂ ਫਿਰ ਅਬਿਊਜ਼ ਵੀ ਹੁੰਦਾ, ਉਦੋਂ ਐਕਸਪਲੋਇਟੇਸ਼ਨ ਵੀ ਹੁੰਦੀ ਆ, ਅਬਿਊਜ਼ ਵੀ ਹੁੰਦਾ। ਤਾਂ ਇਹ ਸ਼ਾਇਦ ਪੁਰਾਣੀਆਂ ਆਦਤਾਂ ਵੀ ਥੋੜ੍ਹੀਆਂ ਜਿਹੀਆਂ ਇੰਡੀਆ ਤੋਂ ਵੀ ਆਈਆਂ ਸੀਗੀਆਂ ਵੀ ਜਿਹੜਾ ਕੋਈ ਯਤੀਮ ਬੱਚਾ ਆ ਤਾਂ ਉਹਨੂੰ ਨੌਕਰ ਵਾਂਗੂ ਰੱਖੋ, ਜਿਹੜਾ ਬਿਲਕੁਲ। ਤੇ ਸੋ ਹੋਰ ਇੱਕ ਹੋਰ ਗੱਲ ਵੀ, ਇਹ ਇਸ਼ੂ ਨੂੰ ਬਹੁਤ ਛੁਪਾਇਆ ਗਿਆ। ਅਸੀਂ
ਬੋਲਦੇ ਨਹੀਂ ਕਮਿਊਨਿਟੀ ਦੇ ਵਿੱਚ। ਐਬਸੋਲੂਟਲੀ ਪਰਦਾ ਪਾਉਂਦੇ ਆ। ਇੱਜ਼ਤ ਦੀ ਗੱਲ, ਇਹ ਜਿਹੜੀ ਇੱਜ਼ਤ ਕਨਸੈਪਟ ਆ, ਮੈਂ ਕਹਿੰਦਾ ਇਸ ਕਨਸੈਪਟ ਨੂੰ ਬੈਨ ਕਰਨਾ ਚਾਹੀਦਾ। ਇਹ ਸਭ ਤੋਂ ਵੱਡੀ ਬਿਮਾਰੀ ਸਾਡੀ ਕਮਿਊਨਿਟੀ ਵਿੱਚ ਆ। ਇਹ ਸਾਡੀ ਬੇਇੱਜ਼ਤੀ ਹੋ ਜਾਊ। ਬੇਇੱਜ਼ਤੀ ਕਾਹਦੀ? ਬੇਇੱਜ਼ਤੀ ਤਾਂ ਤੁਹਾਡੀ ਹੋ ਗਈ। ਹਾਂ, ਤੁਸੀਂ ਹੋਰ ਏਦਾਂ ਟੌਪਿਕ ਲਿਆ ਕਰੋ। ਮੇਰਾ ਖਿਆਲ ਲੋਕਾਂ ਦੇ ਅੱਖਾਂ ਖੋਲੋ, ਕੰਨ ਖੋਲੋ, ਦਿਮਾਗ ਖੋਲੋ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਹਾਡੀ ਵੀ ਜਾਣੀ ਕਿ ਬਹੁਤ ਦੇਰ ਦਾ ਐਕਸਪੀਰੀਅੰਸ, ਆਪਾਂ ਦੋਨੇ ਹੀ ਸੋਸ਼ਲ ਸਰਵਿਸ ਵਿੱਚ ਬਹੁਤ ਦੇਰ ਤੋਂ, ਸ਼ਰਨਜੀਤ ਭੈਣ ਜੀ ਹੁਣੀ ਵੀ, ਅਤੇ ਆਪਾਂ ਨੂੰ ਬਹੁਤ ਵੱਡਾ ਇਹਦਾ ਐਕਸਪੀਰੀਅੰਸ ਹੈਗਾ, ਅਤੇ ਤੁਸੀਂ ਅਜੇ ਵੀ ਰਿਸਰਚ ਵਿੱਚ ਲੱਗੇ ਆ। ਇਹ ਤਾਂ ਸੀ ਡਾਕਟਰ ਗੁਰਨਾਮ ਸਿੰਘ ਹੁਣੀ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਤੋਂ ਗੱਲ ਕੀਤੀ ਹੈਗੀ ਆ, ਅਤੇ ਤੁਸੀਂ ਵੀ ਸਭ ਤੋਂ ਅਜੇ ਵੀ 7 ਮਿੰਟ ਹੈਗੇ ਆ, ਟੈਲੀਫੋਨ ਕਾਲਸ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ, ਕਿਉਂਕਿ ਮਸਲਾ ਇੰਨਾ ਗੰਭੀਰ ਹੈ। ਅਸੀਂ ਐਜ਼ ਅ ਸੁਸਾਇਟੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈਗਾ, ਲੇਬਲਿੰਗ ਕਰਦੇ ਹੈਗੇ ਆ, ਫਿਰ ਅਸੀਂ ਇਹਦੇ ਬਾਰੇ ਜਿਹੜੀ ਸਮੱਸਿਆ ਹੈਗਾ ਉਹਨੂੰ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹਾਂਜੀ ਹਰੀਸ਼ ਜੀ, ਮੈਂ ਭਗਵੰਤ ਬੈਸਰੋਮਿਸ਼ ਤੋਂ ਬੋਲਦਾ ਮਹਾਰਾਜ। ਹਾਂਜੀ ਭਗਵੰਤ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬੜੇ ਸੰਤਾਪ ਭਰੇ ਜਾਣੀ ਕਿ ਮਸਲੇ ਬਾਰੇ? ਹਾਂਜੀ, ਪਹਿਲੀ ਗੱਲ ਤਾਂ ਕਿ ਇੱਕ ਬਹੁਤ ਹੀ ਦੁਖਦਾਈ ਹੁੰਦਾ ਕਿ ਕੋਈ ਬੱਚਾ ਆਪਣੇ ਮਾਂ-ਬਾਪ ਨੂੰ ਛੱਡ ਕੇ ਦੂਸਰਿਆਂ ਦੇ ਕੋਲ ਜਾਂਦਾ। ਇਹ ਬਹੁਤ ਹੀ ਦੁਖਦਾਈ ਹੈਗਾ। ਤੇ ਜਿਹੜਾ ਇੱਕ ਮਨੁੱਖ ਲਈ ਇਹ ਜਿਹੜਾ ਅਸਲ ਦੇ ਵਿੱਚ ਕੀ ਜਿਹੜਾ ਸਮਾਜ ਸਿਰਜ ਲਿਆ ਨਾ, ਮੈਂ ਹਮੇਸ਼ਾ ਕਹਿੰਦਾ ਉਸ ਦੀ ਇਹ ਇੱਕ ਉਹਦਾ ਸਾਈਡ ਇਫੈਕਟ ਉਹਦੇ ਵਿੱਚੋਂ ਇੱਕ ਹੋ ਰਿਹਾ ਕਿ ਜਿਹੜਾ ਮਨੁੱਖ ਹੈ ਉਸ ਨੂੰ ਪੈਸੇ ਨੇ, ਸਿਸਟਮ ਨੇ ਇਸ ਤਰ੍ਹਾਂ ਘੇਰ ਲਿਆ, ਉਸ ਦੇ ਵਿੱਚੋਂ ਇਹ ਲੜਾਈਆਂ ਝਗੜੀਆਂ ਪੈਦਾ ਹੋ ਰਹੇ ਨੇ। ਜਿੰਨੇ ਕਿ ਜਿਹੜਾ ਕਿ ਸਭ ਤੋਂ ਵੱਡਾ ਇਹਨਾਂ ਵਿੱਚੋਂ ਮੋਸਟ ਜਿਹੜੇ ਬੱਚੇ ਕੇਅਰ 'ਚ ਜਾਂਦੇ ਨੇ, ਉਹਨਾਂ ਵਿੱਚੋਂ ਮੇਰਾ ਆਪਣਾ ਅੰਦਾਜ਼ਾ ਇਹ ਹੈ ਕਿ ਜਿਹੜੇ ਡਿਵੋਰਸ ਪੇਰੈਂਟਸ ਉਹਨਾਂ ਵਿਚਾਰਿਆਂ ਦੇ ਬੱਚਿਆਂ ਨੂੰ ਐਂਡ ਅਪ ਉੱਥੇ ਹੋਣਾ ਪੈਂਦਾ ਬਹੁਤੀ ਵਾਰੀ, ਤੇ ਜਾਂ ਮਾਂ-ਬਾਪ ਮਰ ਜਾਂਦੇ ਨੇ। ਪਰ ਇਹ ਇੱਕ ਬਹੁਤ ਹੀ ਦੁਖਦਾਈ ਗੱਲ ਹੈ। ਇੱਕ ਚੀਜ਼ ਹੈਗੀ ਹੈ ਕਿ ਅਸੀਂ ਜਿਹੜੇ ਘੱਟੋ ਘੱਟ ਯੂਰਪ ਜਾਂ ਇੰਗਲੈਂਡ 'ਚ ਰਹਿੰਦੇ ਪਏ ਹਾਂ, ਇੱਥੇ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਤੇ ਜਿਹਦੇ ਵਿੱਚ ਉਸ ਬੱਚੇ ਨੂੰ ਕੁਛ ਨਾ ਕਿਸੇ ਹੱਦ ਤੱਕ ਨਵੀਂ ਜ਼ਿੰਦਗੀ ਮਿਲ ਜਾਂਦੀ ਆ। ਬਿਲਕੁਲ ਹਾਂਜੀ, ਤੇ ਜਿਹੜਾ ਕਿ ਬਹੁਤ ਹੀ ਜ਼ਰੂਰੀ ਆ। ਬੱਚਾ ਤਾਂ ਇੱਕ ਫੁੱਲ ਆ, ਜਿਸ ਨੂੰ ਮਾੜਾ ਜਿਹਾ ਵੀ ਹਵਾ ਲੱਗੇ, ਮਾੜਾ ਜਿਹਾ ਝਟਕਾ ਵੱਜੇ, ਉਹਦੀ ਮਿਲਦੀ ਆ, ਉਹਨੂੰ ਠੇਸ ਪਹੁੰਚਦੀ ਆ। ਤੇ ਇਹਨਾਂ ਨੂੰ ਫੁੱਲਾਂ ਨੂੰ ਬਚਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਆ। ਜਿਹੜਾ ਸਾਡੇ ਇਹਨਾਂ ਲੋਕਾਂ ਨੇ ਇਹ ਗੱਲ ਨੂੰ ਸਮਝਦੇ, ਜਿਹੜੀ ਬੱਚੇ ਦੀ ਸਾਈਕੋਲੋਜੀ ਦੇ ਬਾਰੇ ਜਿਹੜੀ ਸਮਝ ਕੇ ਇਹਨਾਂ ਲੋਕਾਂ ਨੇ ਇਹ ਗੱਲ ਕੀਤਾ। ਪਹਿਲਾਂ ਆਪਣੇ ਇੱਕ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਕਿ ਬੱਚੇ ਦੀ ਸਾਈਕੋਲੋਜੀ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਆ, ਤੇ ਸਾਡੇ ਲਈ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਜਿਹੜਾ ਕਿ ਸਿਸਟਮ ਹੈਗਾ ਆ ਇਸ ਨੂੰ ਬਚਾ ਕੇ ਰੱਖੀਏ, ਕਿਉਂਕਿ ਹਜੇ ਤੱਕ ਤਾਂ ਇਹ ਲੱਗਦਾ ਨਹੀਂ ਕਿ ਅਸੀਂ ਜਿਹੜਾ ਮਨੁੱਖ ਹੈ, ਜੇ ਅਸੀਂ ਲੋਕ ਹੈਗੇ ਇਸ ਤਰ੍ਹਾਂ ਦੇ ਝੰਜਟ ਤੋਂ ਮੁੱਕ ਜਾਵਾਂਗੇ। ਤੇ ਜਿਹੜੀ ਸਰਕਾਰਾਂ ਆ ਉਹ ਇਹਨਾਂ ਨੂੰ ਕਲੀਅਰ ਜਿਹੜਾ ਸਿਸਟਮ ਹੈ ਇਸ ਨੂੰ ਮੋਰਲੈਸ ਉਹ ਖਤਮ ਕਰਨਾ ਚਾਹੁੰਦੀਆਂ ਆ। ਇਹਨੂੰ ਆਪਣੇ ਭਗਵੰਤ ਜੀ, ਜਾਣੀ ਕਿ ਜਿਸ ਚੀਜ਼ ਦਾ ਮੈਨੂੰ ਬਹੁਤ ਦੁੱਖ ਹੈਗਾ, ਇੱਕ ਤਾਂ ਹਰ ਇੱਕ ਚੀਜ਼ ਨੂੰ ਕਮਰਸ਼ਲਾਈਜ਼ ਕਰਤਾ, ਐਜੂਕੇਸ਼ਨ ਨੂੰ ਕਮਰਸ਼ਲਾਈਜ਼ ਕਰ ਰਹੇ ਹੈਗੇ ਆ। ਜਿਹੜਾ ਕੇਅਰ ਸਿਸਟਮ ਹੈਗਾ ਬੱਚਿਆਂ ਦਾ, ਚਾਹੇ ਜਾਣੀ ਕਿ LLP ਦਾ, ਉਹਨੂੰ ਕਮਰਸ਼ਲਾਈਜ਼ ਕਰ ਰਹੇ ਹੈਗੇ ਆ। ਹੁਣ ਜਿਹੜਾ ਬੰਦਾ ਵਪਾਰੀ ਆ, ਉਹਨੂੰ ਕੇਅਰ ਪਵੇ ਢੱਠੇ ਖੂਹ ਵਿੱਚ, ਉਹਨੂੰ ਤਾਂ ਆਪਣੇ ਪੈਸੇ ਕਮਾਉਣ ਨਾਲ ਮਤਲਬ ਹੈ। ਉਹਨੂੰ ਤਾਂ ਪ੍ਰੋਫਿਟ ਤੱਕ ਮਤਲਬ ਹੈਗਾ ਆ। ਜਿਹੜਾ ਕਿ ਇਸ ਟਾਈਮ ਆਪਾਂ ਪ੍ਰੋਗਰਾਮ ਦੇਖ ਵੀ ਚੁੱਕੇ ਹਾਂ, ਚਾਈਲਡ ਜਿਹੜੇ ਬੱਚਿਆਂ ਨਾਲ ਕਿਸ ਤਰ੍ਹਾਂ ਜਿਹੜੇ ਬਿਲਕੁਲ ਤੇ ਇੱਕ ਬਹੁਤ ਹੀ ਮਾੜੀ ਗੱਲ ਹੈਗੀ। ਪਰ ਉਸ ਦੇ ਸਭ ਦੇ ਬਾਵਜੂਦ ਵੀ ਮੈਂ ਇਹ ਕਹੂੰਗਾ ਵੀ ਇਹ ਵਧੀਆ ਗੱਲ ਹੈਗੀ ਹੈ ਵੀ ਜਿਹੜਾ ਸਿਸਟਮ ਇਹਨਾਂ ਕੋਲ ਜਿਹੜਾ ਹੈ ਬੱਚਿਆਂ ਨੂੰ ਬਚਾਉਣ ਦਾ ਹੈਗਾ, ਇਹ ਵਧੀਆ ਆ। ਸਾਡੇ ਜਿਹੜੇ ਅਸੀਂ ਪਛਾੜੇ ਗਏ ਮੁਲਕਾਂ 'ਚ ਆਉਂਦੇ ਆ, ਉਹਨਾਂ ਤੋਂ ਉੱਥੇ ਕੁਝ ਵੀ ਹੈ ਨਹੀਂ, ਬੱਚੇ ਰੁਲ ਜਾਂਦੇ ਆ। ਐਬਸੋਲੂਟਲੀ। ਉੱਥੇ ਤਾਂ ਮੈਂ ਅੱਜ ਭਗਵੰਤ ਜੀ ਜਾਣੀ ਕਿ ਰਿਪੋਰਟ ਸੀ ਸੁਣ ਰਿਹਾ ਰੇਡੀਓ 5 'ਤੇ, ਉਹ ਕਹਿੰਦੇ ਨੇ ਵੀ ਬੱਚੇ ਟ੍ਰੈਫਿਕਿੰਗ ਇੰਨੀ ਜ਼ਿਆਦਾ ਹੋ ਰਿਹਾ ਹੈਗੇ ਆ, ਜਿਹੜੇ ਬੱਚੇ ਯਤੀਮ ਬਣ ਗਏ, ਉਹਨਾਂ ਦੇ ਮਾਂ-ਬਾਪ ਮਰ ਗਏ ਹੈਗੇ ਕੋਵਿਡ ਦੇ ਵਿੱਚ ਜਾਂ ਕਿਸੇ ਹੋਰ ਕਾਰਨ ਕਰਕੇ, ਦੇ ਆਰ ਅਬਿਊਜ਼ਿੰਗ ਰਾਈਟ ਲੈਫਟ ਹੈਂਡ, ਯਾਨੀ ਕਿ ਹਰ ਪਾਸਿਆਂ ਤੋਂ, ਤੇ ਲੋਕਾਂ ਤੋਂ ਪੈਸੇ ਲੈ ਰਹੇ ਹੈਗੇ ਆ। ਹਾਂ, ਜਿਹੜੇ ਬਘਿਆੜ ਬੈਠੇ, ਨੀਲਾਂ ਬੈਠੀਆਂ, ਉਹ ਉਡੀਕਦੇ ਨੇ ਉਹਨਾਂ ਨੂੰ ਮਤਲਬ ਨਹੀਂ ਬੱਚੇ ਤੱਕ। ਤੇ ਜਿਹੜਾ ਕਿ ਬਹੁਤ ਹੀ ਟ੍ਰੈਜਿਕ ਹੈ, ਬਹੁਤ ਹੀ ਦੁਖਦਾਈ ਗੱਲ ਹੈਗੀ ਆ। ਤੁਸੀਂ ਇਹ ਇਸ਼ੂ ਲਿਆਂਦਾ ਬਹੁਤ ਹੀ ਵਧੀਆ। ਸਾਡੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਬੱਚੇ ਦੇ ਵੀ ਹਿਊਮਨ ਰਾਈਟਸ ਹੈਗੇ ਆ, ਉਹਦੀ ਫੀਲਿੰਗ। ਬਿਲਕੁਲ ਹਨਾ। ਤੇ ਕਿਉਂਕਿ ਸਾਡੇ ਕਈ ਵਾਰ ਅਸੀਂ ਇਹ ਸੋਚਦੇ ਹਾਂ ਕਿ ਬੱਚਾ ਤਾਂ ਮੇਰੇ ਰੋਟੀ। ਓਕੇ ਭਗਵੰਤ ਜੀ ਬਹੁਤ ਮਿਹਰਬਾਨੀ, ਥੈਂਕ ਯੂ। ਇਹ ਤਾਂ ਅਸੀਂ ਭਗਵੰਤ ਹੋਣੀ ਸਰ ਤੋਂ ਸਿਰਫ ਹੁਣ 3 ਮਿੰਟ ਯਾਨੀ ਕਿ ਬਾਕੀ ਹੈਗੇ ਆ। ਜਿਹੜੇ ਕਾਲਰਸ ਹੈਗੇ ਆ, ਮੈਂ ਉਹਨੂੰ ਕਹੂੰਗਾ ਵੀ ਉਹ ਛੇਤੀ ਆਪਣੀ ਜਿਹੜੀ ਗੱਲ ਹੈਗੀ ਆ ਉਹ ਜੇ ਕਰ ਸਕਣ ਤਾਂ ਬਹੁਤ ਮਿਹਰਬਾਨੀ ਹੋਊਗੀ। ਜਿਸ ਤਰ੍ਹਾਂ ਮੈਂ ਦੱਸਿਆ ਲੈ ਵੀ ਇਹ ਬੜਾ ਇਹੋ ਜਿਹਾ ਇਸ਼ੂ ਹੈਗਾ ਜਿਹਦੇ 'ਤੇ ਆਪਾਂ ਬਹੁਤ ਹੀ ਲੰਬਾ ਚੌੜਾ ਪ੍ਰੋਗਰਾਮ ਕਰ ਸਕਦੇ ਹਾਂ। ਜਿਸ ਤਰ੍ਹਾਂ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਮੈਂ ਜੀ ਕੈਨੇਡਾ ਤੋਂ ਬੋਲ ਰਹੀ ਹਾਂ, ਸ਼ਾਂਤੀ ਜੀ, ਕੀ ਕਹਿਣਾ ਚਾਹੋਗੇ?
ਹਾਂਜੀ, ਬੱਚਿਆਂ ਬਾਰੇ ਮੈਂ ਇਹੋ ਹੀ ਕਹਿਣਾ ਚਾਹੁੰਦੀ ਹਾਂ, ਪਹਿਲਾਂ ਤਾਂ ਸਾਡਾ ਪੇਰੈਂਟਸ ਨੇ ਜਦੋਂ ਉਹਨਾਂ ਨੂੰ ਇਸ ਦੁਨੀਆ ਵਿੱਚ ਲਿਆਂਦਾ ਆ, ਸਾਡਾ ਫਰਜ਼ ਬਣਦਾ ਹੈ ਵੀ ਉਹਨਾਂ ਦੀ ਪਰਵਰਿਸ਼ ਜਿਹੜੀ ਉਹ ਬਹੁਤ ਚੰਗੀ ਤਰ੍ਹਾਂ ਕੀਤੀ ਜਾਵੇ। ਪਹਿਲਾਂ ਤਾਂ ਆਪਸ ਵਿੱਚ ਦੋਨਾਂ ਦਾ ਪਿਆਰ ਹੋਣਾ ਚਾਹੀਦਾ ਤਾਂ ਕਿ ਬੱਚੇ ਜਿਹੜੇ ਆ ਕਹਿੰਦੇ ਉਹਨਾਂ ਨੂੰ ਜਦੋਂ ਆਪਾਂ ਕੋਈ ਗੱਲ ਕਹਿੰਦੇ ਉਹ ਨਹੀਂ ਮੰਨਦੇ, ਜੇ ਉਹ ਘਰ ਦੇ ਵਿੱਚ ਮਾਹੌਲ ਦੇਖਦੇ ਆ ਉਹਨੂੰ ਬਹੁਤ ਫੋਲੋ ਕਰਦੇ ਆ। ਫਿਰ ਬੱਚਿਆਂ ਨੂੰ ਇਹੋ ਜਿਹਾ ਪਿਆਰ ਭਰਿਆ ਤੇ ਖੁਸ਼ੀਆਂ ਭਰਿਆ ਵਾਤਾਵਰਨ ਘਰ ਦੇ ਵਿੱਚ ਦੇਣਾ ਚਾਹੀਦਾ ਜਿਹੜਾ ਕਿ ਬੱਚਾ ਵੀ ਉਹ ਲਰਨ ਕਰੇ। ਪਰ ਮੇਰਾ ਖਿਆਲ ਮੋਸਟਲੀ ਸਾਡੇ ਪੰਜਾਬੀ ਫੈਮਲੀਆਂ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਆਪਣੇ ਜਾਨ ਤੋਂ ਵੱਧ ਪਿਆਰ ਵੀ ਦਿੰਦੇ ਆ ਤਾਂ ਖੁਸ਼ੀ ਵੀ ਦਿੰਦੇ ਆ। ਪਰ ਬੱਚੇ ਫੇਰ ਵੀ ਜਦੋਂ ਉਹ ਟੀਨ ਹੋ ਜਾਂਦੇ ਆ ਜਾਂ ਸਾਰਿਆਂ ਦਾ ਘਰ ਦਾ ਮਾਹੌਲ ਇੱਕੋ ਜਿਹਾ ਨਹੀਂ ਹੁੰਦਾ, ਕਈ ਪੇਰੈਂਟਸ ਵੱਖਰੇ ਹੋ ਜਾਂਦੇ ਆ, ਉਹ ਕਹਿੰਦੇ ਅਸੀਂ ਤਾਂ ਜੁਦੇ ਜੁਦੇ ਰਹਿਣੇ ਆ। ਫਿਰ ਮੋਸਟਲੀ ਮਦਰ ਕਹਿੰਦੀ ਆ ਮੈਂ ਇਹਨੂੰ ਮਿਲਣ ਨਹੀਂ ਦੇਣਾ ਜਾਂ ਇੱਦਾਂ ਨਹੀਂ। ਬੱਚੇ ਦਾ ਥੋੜਾ ਜਿਹਾ ਬਿਹੇਵ ਜਿਹੜਾ ਉਹ ਟੀਨ ਕਰਕੇ ਵੀ ਜਦੋਂ ਟੀਨਏਜਰ ਹੁੰਦੇ ਆ ਉਦੋਂ ਵੀ ਉਹਦਾ ਬਦਲ ਜਾਂਦਾ, ਜਾਂ ਉਹ ਬਾਹਰ ਉਹਨਾਂ ਦੇ ਜਿਹੜੇ ਫਰੈਂਡ ਆ ਨਾ ਉਹ ਉਹਨਾਂ ਤੇ ਪ੍ਰੈਸ਼ਰ ਬਹੁਤ ਪਾਉਂਦੇ ਆ ਉਹਨਾਂ ਨੂੰ। ਸ਼ਾਂਤੀ ਜੀ ਬਹੁਤ ਮਿਹਰਬਾਨੀ। ਸਰ ਤੋਂ ਅਜੇ ਵੀ 1 ਮਿੰਟ ਹੈ, ਜਾਣੀ ਕਿ ਜਿਹੜੇ ਕਾਲਰਸ ਹੈਗੇ ਆ ਉਹਨਾਂ ਨੂੰ ਮੈਂ ਕਹੂੰਗਾ ਵੀ ਆਪਣੀ ਗੱਲ ਛੇਤੀ ਖਤਮ ਕਰ ਦੇਣ ਤਾਂ ਕਿ ਮੈਂ ਪ੍ਰੋਗਰਾਮ ਨੂੰ ਉਸ ਤੋਂ ਬਾਅਦ ਖਤਮ ਕਰਾਂ। ਅਤੇ ਇਹ ਜਿਨ ਕਿ ਮਸਲਾ ਇਹੋ ਜਿਹਾ ਹੈਗਾ, ਜਿਸ ਤਰ੍ਹਾਂ ਕਾਰਲ ਮਾਰਕਸ ਕਹਿੰਦਾ ਸੀ ਤੁਸੀਂ ਇੱਕ ਪਰਸਨੈਲਿਟੀ ਨੂੰ, ਇੱਕ ਬੱਚੇ ਨੂੰ ਜਾਣੀ ਕਿ ਸ਼ਖਸੀਅਤ ਨੂੰ ਜੇ ਖਰਾਬ ਕਰਦੇ ਹੈਗੇ ਤਾਂ ਉਹਦੇ ਮੁਕਾਬਲੇ 'ਤੇ ਦੁਨੀਆ ਭਰ ਦਾ ਕੋਈ ਮਹਿੰਗੇ ਤੋਂ ਮਹਿੰਗਾ ਡਾਇਮੰਡ ਵੀ ਨਹੀਂ ਹੈ। ਹੈਲੋ ਜੀ, ਹਾਂਜੀ ਹੈਲੋ ਜੀ, ਕੌਣ ਜੀ, ਕਿੱਥੇ ਬੋਲਦੇ ਆ ਜੀ? ਡਾਕਟਰ ਸਾਹਿਬ ਜੈ ਭੀਮ ਜੈ ਭਾਰਤ ਜੀ, ਨਮਸਕਾਰ ਜੀ। ਮਾਨ ਸਾਹਿਬ ਕੀ ਕਹਿਣਾ ਚਾਹੋਗੇ? ਬੱਚਿਆਂ ਦਾ ਤੁਹਾਡਾ ਜਿਹੜਾ ਹੈ ਇਸ ਵੇਲੇ ਮੁੱਦਾ ਆ ਨਾ, ਬਹੁਤ ਇਹ ਤਾਂ ਬਹੁਤ ਸੀਰੀਅਸ ਮੁੱਦਾ ਹੈਗਾ ਆ। ਮਾਪੇ ਜਿਹੜੇ ਆਪਣੇ ਝਗੜੇ ਦੀ ਖਾਤਰ ਤੇ ਆਪਣੇ ਝਗੜਿਆਂ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਦੇ ਆ। ਬਿਲਕੁਲ ਹਾਂਜੀ। ਤੇ ਦੂਸਰਾ ਜਿਹੜੇ ਕਈ ਮਾਪੇ ਉਹ ਹੈ ਜਿਹੜੇ ਕਿ ਡਰੱਗ ਵਿੱਚ ਫਸ ਜਾਂਦੇ ਆ ਤੇ ਉਹ ਬੱਚਿਆਂ ਦੇ ਉਹ ਵਾਤਾਵਰਨ ਠੀਕ ਨਹੀਂ ਹੁੰਦਾ, ਇਸੇ ਕਰਕੇ ਉਹਨਾਂ ਨੂੰ ਜਿਹੜੇ ਫੋਸਟਰ ਪੇਰੈਂਟ ਹੁੰਦੇ ਉਹਨਾਂ ਕੋਲ ਜਾਣਾ ਪੈਂਦਾ, ਸੋਸ਼ਲ ਸਰਵਿਸ ਜਾਣਾ ਪੈਂਦਾ। ਉੱਥੇ ਬੱਚਿਆਂ ਦੀ ਜ਼ਿੰਦਗੀ ਉਹ ਚੀਜ਼ ਨਹੀਂ ਮਿਲਦੀ ਜਿਹੜੇ ਘਰ ਦੇ ਫੈਮਿਲੀ ਦੇ ਵਿੱਚ ਬੱਚਿਆਂ ਨੂੰ ਪਿਆਰ ਮਿਲਦਾ। ਓਕੇ ਮਾਨ ਸਾਹਿਬ, ਥੈਂਕ ਯੂ ਮਾਨ ਸਾਹਿਬ, ਬਹੁਤ ਮਿਹਰਬਾਨੀ। ਸਰ ਤੋਂ ਟਾਈਮ ਨਹੀਂ ਹੁਣ ਹੈਗਾ, ਅਗਲੇ ਹਫ਼ਤੇ ਤੁਹਾਡੇ ਲਈ ਜਾਣੀ ਕਿ ਮੈਂ ਇੱਕ ਹੋਰ ਇਹੋ ਜਿਹਾ ਵਿਸ਼ਾ, ਸਮਾਜਿਕ ਵਿਸ਼ਾ ਤੁਹਾਡੇ ਸਾਹਮਣੇ ਲੈ ਕੇ ਆਊਂਗਾ ਅਤੇ ਤੁਹਾਡੇ ਸਾਰਿਆਂ ਦਾ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦੀ ਹੈਗਾ। ਤੁਸੀਂ ਬਹੁਤ ਹੀ ਵਧੀਆ ਆਪਣੇ ਉਮਦਾ ਵਿਚਾਰ ਪੇਸ਼ ਕੀਤੇ ਹੈਗੇ ਆ ਅਤੇ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹ ਇਹਨਾਂ ਗੱਲਾਂ ਬਾਰੇ ਜ਼ਰੂਰ ਸੋਚਣਗੇ ਤਾਂ ਕਿ ਅਸੀਂ ਬੱਚਿਆਂ ਦੀ ਵਧੀਆ ਪਰਵਰਿਸ਼ ਕਰ ਸਕੀਏ। ਜੇ ਬੱਚੇ ਹੈਗੇ ਆ ਤਾਂ ਫਿਰ ਹੀ ਇੱਕ ਵਧੀਆ ਸੁਸਾਇਟੀ ਬਣ ਸਕਦੀ ਆ। ਮੈਂ ਰੀਸੈਂਟਲੀ ਇੱਕ ਕਿਤਾਬ ਬੱਚਿਆਂ 'ਤੇ ਪੂਰੀ ਲਿਖੀ ਦਾ ਨਾਂ ਹੀ ਰੱਖਿਆ ਹੈਗਾ ਬੱਚੇ, ਅਤੇ ਉਹ ਬੜੀ ਛੇਤੀ ਜਾਣੀ ਕਿ ਜਿਹੜੀ ਆ ਮਾਰਕੀਟ ਵਿੱਚ ਵੀ ਆ ਜਾਊਗੀ। ਅਤੇ ਮੈਂ ਸਮਝਦਾ ਵੀ ਜਾਣੀ ਕਿ ਬੱਚੇ ਜਿਹੜੇ ਹੈਗੇ ਆ, ਜਿੱਦਾਂ ਵਰਡਸਵਰਥ ਕਹਿੰਦਾ ਸੀ ਚਾਈਲਡ ਇਜ਼ ਦਾ ਫਾਦਰ ਆਫ ਦੀ ਮੈਨ, ਕਿਉਂਕਿ ਇਹ ਸਾਡਾ ਫਿਊਚਰ ਹੈਗਾ। ਅਤੇ ਜੇ ਅਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਪਰਵਰਿਸ਼ ਨਾ ਕਰੋਗੇ ਅਤੇ ਜੇ ਉਹ ਪੁੱਠੇ ਪਾਸੇ ਚਲ ਜਾਂਦੇ ਹੈਗੇ ਆ, ਉਹ ਸੁਸਾਇਟੀ 'ਤੇ ਵੀ ਕਲੰਕ ਹੈਗਾ, ਸਾਡੇ ਆਪਣੇ 'ਤੇ ਵੀ ਜਿਹੜਾ ਹੈਗਾ ਬਹੁਤ ਵੱਡਾ ਕਲੰਕ ਹੈਗਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਚੰਗੀ ਸੇਧ ਨਹੀਂ ਦੇ ਸਕੇ, ਉਹਨਾਂ ਨੂੰ ਇੱਕ ਗੁੱਡ ਸਿਟੀਜ਼ਨ ਨਹੀਂ ਬਣਾ ਸਕੇ। ਅਤੇ ਉਹਦਾ ਸਾਨੂੰ ਖਮਿਆਜਾ ਐਜ਼ ਏ ਸੁਸਾਇਟੀ ਫਿਰ ਭੁਗਤਣਾ ਪੈਂਦਾ ਹੈਗਾ। ਅਸੀਂ ਜਾਣੀ ਕਿ ਜਿਹੜੇ ਸਰਕਾਰੀ ਅਫਸਰ ਉਹਨਾਂ ਨੂੰ ਪੈਸੇ ਦਿੰਦੇ ਹਾਂ ਅਤੇ ਤਾਂ ਕਿ ਉਹਨਾਂ ਨੂੰ ਠੀਕ ਕੀਤਾ ਜਾ ਸਕੇ। ਅਗਲੇ ਹਫ਼ਤੇ ਤੁਹਾਨੂੰ ਮੈਂ ਫਿਰ ਮਿਲਦਾ ਹਾਂ। ਥੈਂਕ ਯੂ ਵੈਰੀ ਮੱਚ।